जैसे प्रात समय खग जात, उड बिरख सै बहुर आए बैठत, बिरख ही मैं आए कै। चींटी चीटा बिलसै, निकस धर गबन करै। बहुरियो पैसत जैसे, बिल ही मैं जाए कै। लड़कै लड़का रूठ जात, तात मात सानो। भूख लागै त्यागै हठ, आवै पछताए कै। तैसे गृह त्याग, भाग जात उदास बास। आसुर तकत पुनो, गृहस्थ को धाए कै। आसुर तकत पुनो, गृहस्थ को धाए कै। शब्द गुरु साहिब श्री गुरु ग्रंथ साहिब महाराज जी दी पावन पवित्र हजूरी दे विच जुड़ मिल बैठे गुरु प्यारिओ, आप सारे ही सत्कारयोग धनता दे योग हो। बड़े भाग ने साहिबा दी मुबारक गोद विच बैठण दा सुभाग मिलिया। आओ सतगुरां दी पावन बाणी विचार नूं समझण दा जतन करिए। जो पातशाह जी दी पावन बाणी दी विचार पढ़दे आपां नूं गुरु पातशाह जी दी पावन बाणी अंग नंबर 773 लावां दा पाठ उथों तक पहुँच गए। सो लावां दा पाठ पढ़न अते समझण तो पहलां कुछ जरूरी गल्लां उन्हां नूं आपां अज समझण दा यतन करांगे। गुरु किरपा करे, आओ तन और मन की हाजरी लवाइए सतगुरां दे अगे। सारी संगत ने प्रेम भावना सत्कार सहित बोलना जी। आखियो वाहिगुरु जी का खालसा, वाहिगुरु जी की फतेह। साडे संसार दी समाज दी एक रीत है, जदों लड़का और लड़की विआहुण दे योग हो जाते ने, दुनिया दे विच मत बड़े ने। इत्थे आपां लफज वरत्या मत नहीं, उदां हर एक स्टेज ते बोलिया जांदा धर्म। धर्म इक्को ही आ, तुसीं सूझवान बैठे हो। इक्को धर्म दृढ़ है सच कोई, सगल धर्म है श्रेष्ठ धर्म। हर को नाम जप निर्मल कर्म। आपां इत्थे शब्द वरत्या है मत। दुनिया दे विच वक्खो वक्खरे मतां दे मुताबक, कोई हिंदू मुसलम सिख ईसाई जैनी बोधी जो भी है, अड्डो अड्ड मतां दे मुताबक जिहड़ी विआह दी रस्म आ ओह निभाई जाती है। पर साडे लई
ਗੁਰੂ ਪਾਤਸ਼ਾਹ ਜੀ ਨੇ ਆਨੰਦ ਕਾਰਜ ਦੀ ਬਖਸ਼ਿਸ਼ ਕੀਤੀ ਹੈ। ਆਨੰਦ ਦਾ ਕਾਰਜ ਹੁਣ ਸੋਚ ਕੇ ਵੇਖਣਾ ਪਵੇਗਾ ਪਹਿਲਾਂ ਤਾਂ ਇੱਥੋਂ ਵੀ ਜਿਹੜਾ ਨਾਂ ਅਸੀਂ ਦਿੱਤਾ, ਨਾਂ ਸਾਨੂੰ ਸਾਡੇ ਦਾਨੇ ਪੁਰਖਾਂ ਕੋਲੋਂ, ਸਿਆਣਿਆਂ ਪੁਰਖਾਂ ਕੋਲੋਂ ਮਿਲਿਆ ਆਨੰਦ। ਆਨੰਦ ਤੋਂ ਭਾਵ ਹੁੰਦਾ ਸ਼ਾਂਤੀ, ਸਕੂਨ, ਸਹਿਜ, ਟਿਕਾ। ਕੀ ਬੰਦਾ ਵਿਆਹ ਕਰਾਉਣ ਤੋਂ ਬਾਅਦ ਆਨੰਦ ਵਿੱਚ ਆ ਜਾਂਦਾ? ਇਹ ਤਾਂ ਵੇਖਣਾ ਪੈਣਾ ਨਾ। ਪਰ ਜੇ ਆਪਾਂ ਦੁਨੀਆ ਦੀ ਅੱਖ ਨਾਲ ਵੇਖਾਂਗੇ ਤਾਂ ਇਹਦਾ ਜਵਾਬ ਹੋਊ ਵੀ ਨਹੀਂ। ਲੋਕ ਕਹਿੰਦੇ ਨੇ, ਸਮਾਜ ਕਹਿੰਦਾ, ਦੁਨੀਆ ਦੀ ਰੀਤ ਕਹਿੰਦੀ ਆ, ਵਿਆਹ ਤੋਂ ਬਾਅਦ ਮਨੁੱਖ ਆਨੰਦ ਨਹੀਂ, ਆਪਣੀ ਜ਼ਿੰਦਗੀ ਨੂੰ ਵਿਗਾੜ ਲੈਂਦਾ। ਦੁਨੀਆ ਦੀ ਅੱਖ ਕਹਿੰਦੀ ਆ। ਪਰ ਸਾਡੀ ਗੁਰੂ ਪਾਤਸ਼ਾਹ ਜੀ ਦੀ ਮੱਤ ਦੇ ਮੁਤਾਬਕ, ਭਾਈ ਗੁਰਦਾਸ ਹੋਰਾਂ ਦੀ ਪਾਵਨ ਬਾਣੀ ਸਰਲੇਖ ਦੇ ਮੁਤਾਬਕ, ਜਦੋਂ ਆਪਾਂ ਗੁਰੂ ਨੂੰ ਪੁੱਛਾਂਗੇ, ਗੁਰੂ ਕਹਿੰਦਾ ਵੀ ਸੱਚ ਹੈ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਜੇ ਆਨੰਦ ਕਾਰਜਾਂ ਦਾ ਨਾਮ ਮਿਲਿਆ ਨਾ, ਇਹ ਸੱਚਮੁੱਚ ਆਨੰਦ ਦਾ ਕਾਰਜ ਹੈ, ਮਤਲਬ ਸਕੂਨ, ਸ਼ਾਂਤੀ ਹੈ। ਕਦੋਂ ਮਿਲੂਗੀ? ਲਾਵਾਂ ਦਾ ਪਾਠ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਦੋ ਰੱਬੀ ਪਿਆਰੇ, ਬੱਚੀ ਔਰ ਬੱਚਾ, ਉਹਨਾਂ ਦੇ ਨਾਲ ਹੋਰ ਕਾਫੀ ਸੰਗਤ, ਜਿੰਨੇ ਵੀ ਹੁੰਦੇ ਨੇ। ਵੈਸੇ ਅੱਜ ਆਨੰਦ ਕਾਰਜਾਂ ਦੀ ਜਿਹੜੀ ਰਸਮ ਆ, ਉਹ ਇੱਕ ਸੱਚ ਜਾਣੋ ਸੱਚਮੁੱਚੀ ਰਸਮ ਬਣ ਕੇ ਰਹੇਗੀ। ਉਹਦੇ ਵਿੱਚੋਂ ਰਸ ਖਤਮ ਹੋ ਗਿਆ, ਸਵਾਦ ਖਤਮ ਹੋ ਗਿਆ, ਫੋਕਟ ਪਦਾਰਥ ਬਣ ਗਿਆ। ਜਿਨ੍ਹਾਂ ਦੇ ਅੰਦਰ ਗੁਰੂ ਦਾ ਭਉ ਹੈ, ਪ੍ਰੇਮ, ਡਰ ਹੈ, ਉਹਨਾਂ ਲਈ ਆਨੰਦ ਕਾਰਜ, ਉਹਨਾਂ ਲਈ ਆਨੰਦ ਕਾਰਜ ਦੀ ਰਸਮ ਬੜੀ ਅਹਿਮ ਹੁੰਦੀ ਆ। ਹੁਣ ਚਲੋ ਇਹ ਸਾਰੀਆਂ ਗੱਲਾਂ ਆਪਾਂ ਜਾਣਦੇ ਹਾਂ, ਫਿਰ ਵੀ ਆਪਾਂ ਸਮਝਾਂਗੇ। ਕੋਸ਼ਿਸ਼ ਕਰਨੀ ਹੈ ਵੀ ਜਿਹੜੀ ਆਨੰਦ ਕਾਰਜ ਦੀ ਸਾਡੀ ਇੱਕ ਦੁਨੀਆ ਦੀ ਰੀਤ ਹੈ, ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਦੇ ਮੁਤਾਬਕ ਉਹ ਆਨੰਦ ਕਾਰਜ ਕੀਤਾ ਜਾਂਦਾ ਗਾ। ਹੁਣ ਜਿਹੜਾ ਆਨੰਦ ਕਾਰਜ ਕੀਤਾ ਜਾਂਦਾ ਤੇ ਉਸ ਟਾਈਮ ਤੇ ਲਾਵਾਂ ਦਾ ਪਾਠ ਪੜ੍ਹਿਆ ਜਾਂਦਾ, ਉਹ ਲਾਵਾਂ ਦੀ ਪਾਠ ਦੀ ਵਿਚਾਰ ਜਿਹੜੀ ਆਪਣੀ ਕਈ ਦਿਨ ਚੱਲੂਗੀ ਹੋਣਾ, ਕਿਉਂਕਿ 4 ਲਾਵਾਂ ਨੇ। ਸ਼ਾਇਦ 4 ਲਾਵਾਂ ਦਾ ਪਾਠ 4 ਦਿਨ ਤੇ ਜਾਂ 4 ਦਿਨਾਂ ਤੋਂ ਵੱਧ ਲੱਗ ਜਾਵੇਗਾ। ਹੁਣ ਗੁਰਦੇਵ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਕਹਿੰਦੇ ਵੀ ਆਪਾਂ ਵੇਖਣਾ ਵੀ ਜਿਹੜਾ ਆਨੰਦ ਕਾਰਜ ਵੇਲੇ ਪਾਠ ਪੜ੍ਹਿਆ ਗਿਆ, ਉਹ ਕਿਹਦੇ ਲਈ ਆ? ਜਦੋਂ ਇੱਥੇ ਆਵਾਂਗੇ ਨਾ ਤੇ ਸਾਡੇ ਧਿਆਨ ਵਿੱਚ ਇੱਕੋ ਹੀ ਗੱਲ ਹੁੰਦੀ ਹੈ। ਸਾਡਾ ਧਿਆਨ ਛੱਡੋ, ਆਪਾਂ ਜਿੰਨੇ ਪੂਰੇ ਉਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਲੋਕ ਨੇ, ਕੋਈ ਨੇੜਲਾ, ਕੋਈ ਦੂਰ, ਕੋਈ ਖਾਸ, ਕੋਈ ਆਮ, ਕੋਈ ਨਿਆਣਾ, ਕੋਈ ਸਿਆਣਾ, ਜਿੰਨੇ ਵੀ ਜੁੜੇ ਨੇ, ਸਾਰਿਆਂ ਦੀ ਇੱਕੋ ਹੀ ਭਾਵਨਾ ਹੁੰਦੀ ਹੈ ਵੀ ਆਨੰਦ ਕਾਰਜਾਂ ਦਾ, ਲਾਵਾਂ ਦਾ ਪਾਠ ਇਹ ਬੱਚੇ ਲਈ ਹੈ, ਸਾਡੇ ਲਈ ਨਹੀਂ ਹੈ। ਸਾਡੇ ਅੰਦਰ ਦੀ ਭਾਵਨਾ ਇਹ ਹੁੰਦੀ ਆ, ਸਾਡਾ ਤਾਂ ਉੱਥੇ ਕੰਮ ਹੀ ਕੋਈ ਨਹੀਂ, ਸਾਡੀ ਲੋੜ ਕੋਈ ਨਹੀਂ ਹੈ। ਜਾਂ ਜਿਹੜੇ 5-7 ਆਏ ਆ, ਉਹ ਵੀ ਇਹੀ ਸਮਝਦੇ ਨੇ ਵੀ ਸਾਡੇ ਲਈ ਨਹੀਂ ਹੈ, ਅਸੀਂ ਤਾਂ ਕੋਈ ਕਹੇ ਕਹਾਏ ਤੇ ਆ ਗਏ, ਸਾਨੂੰ ਨਾਲ ਟੰਗ ਲਿਆ, ਅਸੀਂ ਆ ਗਏ। ਉਹਨਾਂ ਦੀ ਭਾਵਨਾ ਵੀ ਹੈ। ਪਰ ਜਿਹੜੀ ਉਹ ਲਾਵਾਂ ਦਾ ਪਾਠ ਉਸ ਟਾਈਮ ਤੇ ਪੜ੍ਹਿਆ ਜਾਂਦਾ, ਚੌਥੇ ਪਾਤਸ਼ਾਹ ਦੀ ਪਾਵਨ ਬਾਣੀ, ਉਹ ਬਜ਼ੁਰਗ ਲਈ ਵੀ ਉਨੀ ਅਹਿਮੀਅਤ ਰੱਖਦੀ ਆ, ਜਵਾਨ ਲਈ ਵੀ ਤੇ ਬੱਚੇ ਲਈ ਵੀ। ਉਹ ਲਾਵਾਂ ਦਾ ਪਾਠ ਕੇਵਲ ਸਨਮੁਖ ਬੈਠੇ ਬੱਚਾ ਤੇ ਬੱਚੀ ਲਈ ਜਿੱਥੇ ਹੈ, ਉੱਥੇ ਸਾਡੇ ਲਈ ਵੀ ਹੈ, ਜੇ ਸਮਝ ਗਏ ਤਾਂ। ਪਰ ਅੱਜ ਤੱਕ ਕਿਸੇ ਨੇ ਸਮਝਣ ਦੀ ਕੋਸ਼ਿਸ਼ ਇਸ ਗੱਲ ਨੂੰ ਨਹੀਂ ਕੀਤੀ ਗਈ। ਹੁਣ ਇੱਥੋਂ ਸਿੱਧ ਕੀ ਹੋ ਗਿਆ ਵੀ ਅਸੀਂ ਲਾਵਾਂ ਦਾ ਪਾਠ ਸੁਣ ਵੀ ਲਿਆ, ਪੜ੍ਹ ਵੀ ਲਿਆ, ਪਰ ਉਸ ਤੋਂ ਬਾਅਦ ਉਹਦੇ ਤੇ ਅਸੀਂ ਬਿਲਕੁਲ ਵੀ ਵਿਚਾਰ ਨਹੀਂ ਕੀਤੀ, ਨਾ ਹੀ ਸਾਡੇ ਕੋਲੇ ਟਾਈਮ ਸੀ। ਸਾਡੇ ਕੋਲੇ ਟਾਈਮ ਬਹੁਤ ਘੱਟ ਸੀ, ਥੋੜਾ ਸੀ,
पर सोचना यह आ भी वो 20 मिनट अद्धे घंटे दी रस्म तो बाद आपां की करना, ये देखना आपां अपने अंदर वाल निगाह मार के उस तो बाद की करना। उदों बाद नचना टप्पना, उदों बाद खाना हंडाउणा, मंदा बोलना, कुकर्म शरारतां करनियां, आही कुछ है ना। घट हो जाणगियां तां की आ, मंदे कर्म घट हो जाणगे तां की फर्क पैंदा नहीं। मतलब जिहड़ी चीज़ साडी जिंदगी च गंदमंद वेखण नूं, गंदमंद सुनण नूं, गंदमंद खाण पीण नूं ਉਹ ਰੋਜ਼ਾਨਾ मिलदा ना, ਉਹਦੇ नाल तां साडा प्यार है। पर जिहड़ी आनंद दी रीत सी असली गुरु वल्लों सुनाई गई सानू गुरु की पावन बाणी, ਉਹਦੇ ਵਿੱਚ ਸਾਡਾ ਧਿਆਨ ਸਾਡਾ ਪਿਆਰ नहीं। ਉਹਨੂੰ ਅਸੀਂ ਛੋਟਾ ਮੰਨ ਲਿਆ ਤੇ ਜਿਹੜੀ ਬਣਾਉਟੀ ਚੀਜ਼ ਸੀ ਉਹਨੂੰ ਮੰਨ ਲਿਆ ਵੱਡਾ। मतलब झूठी नूं वड्डा ते सच्ची गल नूं छोटा। साडे मन ने यह फैसला कर दिता। अच्छा, उस तो बाद बगाड़ साडी जिंदगी तां शुरू हो गया। हजे आनंद कारजां नूं 4 दिन लंघिया, तलाक दा सुनेहा पहलां आ जांदा। क्यों? सोचण वाली गल आ। हजे रिश्तेदार घरों गए नहीं, लड़ाई पहलां शुरू हो गई। ये सब क्यों? अज्ञानता। असीं अपने फर्ज वो समझे नहीं हैं। फर्ज की सी भी जिहड़ी रोज़ दी पूर्ति है, नचना भी रोज़ वेखना, गाउणा भी रोज़ सुनना, खाना भी रोज़ आ, टप टपैया शरारतां भी बंदा अपनी जिंदगी च रोज़ ही करदा। ते हुण सोचण वाली गल ये आ भी जिहड़ी आनंद कारजां दी रस्म सी वो इक्के वार हुंदी है, बार बार नहीं होंदी। जिहड़ी नूं असीं 5-7 मिनट ही टाइम कढ़दे हां, 5-7 मिनट ही लगण, वध वक्त ना लगे। अच्छा, एक होर गल सुणो, वाहिगुरू भला करे भी साडी जिंदगी दे विच इसे ही पड़ाअ दे दौरान एक घटना वापरदी आ। गुरु कोले सानू 20 मिनट बैठना औखा। ये सारिਆਂ ਦੇ ਨਾਲ कहानी वापरदी आ, चाहे तुसीं हो, चाहे असीं आ, चाहे कोई खास आ ते चाहे कोई आम आ, सारिਆਂ ਲਈ। सब तो पहला ग्रंथी नूं जां रागी ਸਿੰਘਾਂ ਨੂੰ यही सुनेहा लगदा भी मिनट 2 4 5 7 ही लाओ, वध टाइम ना लाए, साडे कोले बैठण दा वक्त नहीं है। हुण मेन गल की आ भी जिहड़ी वेखण योग विचार आ ਉਹ ਇਹ ਆ ਵੀ उस टाइम ते असीं गुरु कोले पूरा टाइम कढ़दे हां, वध टाइम नहीं। देखण जो गल जिहड़ी ना यह है, पूरा बस जिन्ना सरदा नहीं उन्ना टाइम ही असीं रुकना, उदों बाद नहीं रुकना गा। साडा गुरु नाल प्यार। अच्छा, दुनियावी तल ते ना साडा किसे रिश्तेदार, गुआंढी, भैण भरा दे नाल प्यार होवे कि उत्थे मिणमा वक्त ही हुंदा अपने कोले, जिथे दिलों प्यार आ। सोच के वेखो, जिथे दिलों प्यार आ ना, कि उत्थे अपने कोले तुलमा मिणमा टाइम हुंदा गा नहीं। कितना टाइम मर्जी गुजर जे, कहंदे कोई गल नहीं, 2 लग जाण, 4 घंटे लग जाण, 5 लग जाण, 2 दिन भी लग सकते ने। हुण जिहड़ी नूंह अपने घर विच आई है ना, उहदा अपनी मां नाल प्यार आ, पेके घर नाल प्यार आ, वो प्यार दे विच किन्ने दिन रहिंदी आ अपने घर दे विच, हौली हौली प्यार तब्दील हो जांदा। इवें जिवें गुरु नाल किन्ना क प्यार आ, इथों सिद्ध हुंदा भी सानू 20 मिनट 10 मिनट अद्धा घंटा बैठना मुश्किल आ। जिहड़ी इसे पड़ाअ दे दौरान अगली गल आ वो की आ, वो है साडे घर दे विच उसे वक्त दौरान जिहड़े कैमरामैन हुंदे आ ना, वीडियो वाले, वो सानू अद्धा घंटा 2 घंटे 4 घंटे, वैसे तो सारा दिन 2 दिन 4 दिन प्रोग्राम के हिसाब नाल कई दिन भी लंघ जाते आ। माफ़ करना, साडे बच्चिआं नूं
ਕਿਵੇਂ ਕਿਵੇਂ ਕਰਨ ਦੇ ਲਈ ਕਹਿ ਰਹੇ ਨੇ ਜਾਂ ਕਰ ਰਹੇ ਨੇ ਉਹ ਆਪਾਂ ਖੁਦ ਜਾਣਦੇ ਹਾਂ। ਧੁੱਪੇ ਖੜਨ ਲਈ ਕਹਿਤਾ ਨਾ ਤੇ ਬੱਚਾ 5 ਮਿੰਟ 10 ਮਿੰਟ ਧੁੱਪੇ ਖੜਾ ਰਹੂ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਬੱਚਾ ਹੱਲ ਜੇ। ਸਵਾਲ ਨਹੀਂ ਪੈਦਾ ਹੁੰਦਾ ਬੱਚੇ ਦੀ ਸੱਸ ਮਾਂ ਹੱਲ ਜੇ, ਭਾਵੇਂ ਗੋਡੇ ਦਿਖਦੇ ਤੇ ਭਾਵੇਂ ਗੁੱਟੇ ਦਿਖਦੇ ਹੈਗੇ, ਹੱਲਦੀ ਨਹੀਂ ਹੈ। ਕਿਉਂ? ਕਿਉਂਕਿ ਉਹ ਕੈਮਰਾਮੈਨ ਨੇ ਕਹਿਤਾ ਵੀ ਹੱਲਣਾ ਨਹੀਂ, ਤੇਰੀ ਤਾਂ ਫੋਟੋ ਵਧੀਆ ਆਊਗੀ। ਹੁਣ ਸੋਚ ਕੇ ਵੇਖੋ ਵੀ ਸਾਡਾ ਸਮਾਜ ਫੋਕਟ ਕਰਮ ਤੇ ਕਿੰਨਾ ਵਕਤ ਆ ਜਿਹੜਾ ਉਹ ਗੁਜ਼ਾਰ ਰਿਹਾ ਹੈਗਾ ਪੋਜ ਬਣਾਉਣ ਦੇ ਰੂਪ ਵਿੱਚ। ਵੈਸੇ ਪੋਜ ਬਣਾਉਣ ਵਾਲੀ ਸਿੱਖਾਂ ਦੀ ਰੀਤ ਨਹੀਂ ਹੈ। ਠੀਕ ਹੈ ਵੀ ਅੱਜ ਇਹ ਸਭ ਕੁਝ ਬਣ ਰਿਹਾ ਹੈਗਾ, ਇਹ ਸਭ ਕੁਝ ਹੋ ਰਿਹਾ ਹੈਗਾ। ਜੇ ਸਭ ਕੁਝ ਹੋ ਰਿਹਾ ਹੈਗਾ ਤੇ ਤਾਂ ਹੀ ਅੱਜ ਦੇ ਹਾਲਾਤ ਜਿਹੜੇ ਬਣ ਗਏ ਨੇ ਬਣ ਗਏ, ਤਾਂ ਹੀ ਉਹ ਹਾਲਾਤ ਬਣੇ ਨੇ। ਤੇ ਨਹੀਂ ਇੰਨੀ ਕੋ ਅਣਖੀ ਕੌਮ ਸੀ, ਕਿਸੇ ਦੀ ਸਵਾਲ ਇਹ ਪੈਦਾ ਹੀ ਨਹੀਂ ਸੁਣਦਾ ਵੀ ਕੋਈ ਸਾਡੇ ਵੱਲ ਤੱਕ ਜਾਵੇ, ਇੰਨੀ ਕੋ ਅਣਖ ਸੀ। ਅੱਜ ਸਾਡੀ ਅਣਖ, ਸਾਡੀ ਗੈਰਤ ਉਹ ਖਤਮ ਹੋ ਚੁੱਕੀ ਆ। ਗੁਰੂ ਨਾਲੋਂ ਟੁੱਟ ਕੇ, ਗੁਰੂ ਨਾਲੋਂ ਵਿਛੜ ਕੇ। ਇਹ ਮੁੱਢਲੀ ਜਾਣਕਾਰੀ ਆਪਾਂ ਇਸ ਕਰਕੇ ਕਰਦੇ ਹਾਂ ਵੀ ਸਾਨੂੰ ਥੋੜ੍ਹੀ ਬਹੁਤੀ ਸਮਝ ਆ ਜੇ, ਥੋੜ੍ਹਾ ਬਹੁਤਾ ਸਾਨੂੰ ਗੁਰੂ ਨਾਲ ਪਿਆਰ ਆ ਜਿਹੜਾ ਉਹ ਬਣ ਜਾਵੇ। ਬਹੁਤੇ ਵਾਰੀ ਵਿਚਾਰ ਹੁੰਦੇ ਸਾਡੇ ਰਿਸ਼ਤੇਦਾਰ ਨਹੀਂ ਮੰਨੇ, ਸਾਡੇ ਪ੍ਰਾਹੁਣੇ ਨਹੀਂ ਮੰਨੇ, ਸਾਡਾ ਫਲਾਨਾ ਨਹੀਂ ਮੰਨਿਆ, ਤੇ ਫਿਰ ਆਪਾਂ ਪੜ੍ਹਦੇ ਹਾਂ ਨਾ, ਮੇਰਾ ਰੁੱਸੇ ਨਾ ਕਲੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਫਿਰ ਭਾਈ ਪ੍ਰਵਾਹ ਨਾ ਮੰਨ, ਕੋਈ ਗੱਲ ਨਹੀਂ, ਸਭ ਠੀਕ ਹੋ ਜਾਣਗੇ। ਪਰ ਜੇ ਗੁਰੂ ਰੁੱਸ ਗਿਆ ਨਾ, ਸਾਰੀ ਜ਼ਿੰਦਗੀ ਬਰਬਾਦ ਹੋ ਜੂਗੀ। ਹੁਣ ਫੋਕਟ ਕਰਮ ਕਿੰਨਾ ਗਾ ਉਹ ਆਪਾਂ ਖੁਦ ਵੇਖ ਸਕਦੇ ਹਾਂ, ਦੇਖ ਸਕਦੇ ਆ ਨਾ। ਭਾਵ ਇਸੇ ਕਰਕੇ ਹੀ ਸਾਡੀ ਜ਼ਿੰਦਗੀ ਦੁਖੀ ਆ। ਆਪਣੀ ਵਿਚਾਰ ਸੀ ਆਨੰਦ ਕਾਰਜ, ਪਰ ਬਣ ਗਿਆ ਵਿਗਾੜ ਕਾਰਜ। ਗੁਰੂ ਸਾਹਿਬ ਨੇ ਕਿੰਨਾ ਸੋਹਣਾ ਨਾਮ ਦਿੱਤਾ ਗਾ ਆਨੰਦ, ਤੇ ਬਣ ਕੀ ਗਿਆ ਵਿਗਾੜ। ਆਨੰਦ ਤੋਂ ਵਿਗੜ ਗਏ, ਆਨੰਦ ਤਾਂ ਹੈ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਆਨੰਦ ਕਾਰਜ ਤੋਂ ਬਾਅਦ ਸੱਚਮੁੱਚ ਤੇਰੀ ਜ਼ਿੰਦਗੀ 'ਚ ਆਨੰਦ ਆਊਗਾ, ਸੱਚਮੁੱਚ ਤੇਰੀ ਜ਼ਿੰਦਗੀ ਆਨੰਦਮਈ ਬਣ ਜਾਊਗੀ, ਸੱਚਮੁੱਚ ਤੇਰੀ ਜ਼ਿੰਦਗੀ 'ਚ ਸਕੂਨ, ਸ਼ਾਂਤੀ, ਸਹਿਜ ਆਵੇਗਾ। ਪਰ ਕਿੱਥੇ ਆ, ਕਿਹੜੇ ਕੋਨੇ 'ਚ ਲੱਭ ਤਾਂ ਲਓ ਨਾ, ਕਿਤੇ ਲੱਭ ਕੇ ਵੇਖੋ, ਨਹੀਂ ਹੈ, ਹੈ ਨਾ। ਇਹਦਾ ਮਤਲਬ ਸਾਰਾ ਕੀ ਹੋ ਗਿਆ, ਸਾਡੀਆਂ ਆਪਣੀਆਂ ਖੁਦ ਦੀਆਂ ਗਲਤੀਆਂ, ਸਾਡੀਆਂ ਆਪਦੀਆਂ ਖੁਦ ਦੀਆਂ ਗਲਤੀਆਂ ਨੇ ਸਾਡੀ ਇਸ ਆਨੰਦ ਦੀ ਰੀਤ ਨੂੰ ਵਿਗਾੜ ਦਿੱਤਾ ਹੈ। ਪਾਤਸ਼ਾਹ ਜੀ ਨੇ ਸਾਨੂੰ ਬਕਾਇਦਾ ਗੁਰੂ ਕੀ ਪਾਵਨ ਬਾਣੀ ਵਿੱਚ ਸਮਝਾਇਆ। ਚਲੋ ਹੁਣ ਕਹਿਣ ਤੋਂ ਭਾਵ ਇਹ ਆ ਵੀ ਕੁਝ ਸਾਡੇ ਜ਼ਿੰਦਗੀ ਦੇ ਅਜਿਹੇ ਕੰਮ ਨੇ ਜਿਨ੍ਹਾਂ ਕੰਮਾਂ ਕਰਕੇ ਅਸੀਂ ਆਪਣੀ ਆਨੰਦ ਦੀ ਰੀਤ ਨੂੰ ਵਿਗਾੜ ਲਿਆ ਹੈ। ਹੁਣ ਇਹਨੂੰ ਬਚਾਉਣਾ ਆਪਾਂ, ਜੇ ਬਚਾਉਣਾਗਾ ਤਾਂ ਸਾਨੂੰ ਲਾਵਾਂ ਦਾ ਪਾਠ ਜਿਹੜਾ ਅਸੀਂ ਆਪਣੇ ਮਨ ਦੇ ਮੁਤਾਬਕ ਮੰਨ ਲਿਆ ਦੀ ਇਕੱਲੇ ਲੜਕੇ ਤੇ ਲੜਕੀ ਵਾਸਤੇ ਵੀ ਸਾਡੇ ਲਈ ਨਹੀਂ ਹੈ, ਉਹ ਅਸੀਂ ਮੰਨ ਲਿਆ ਨਾ, ਤੇ ਉਹ ਲਾਵਾਂ ਦੇ ਪਾਠ ਨੂੰ ਸਾਨੂੰ ਸਮਝਣਾ ਪਊਗਾ। ਉਹ ਵਿਚਾਰ ਭਾਵੇਂ ਆਪਣੀ ਕੱਲ੍ਹ ਨੂੰ ਹੋਵੇਗੀ ਸ਼ੁਰੂ, ਪਰ ਆਪਾਂ ਉਦੋਂ ਪਹਿਲਾਂ ਮੁੱਢਲੀ ਜਾਣਕਾਰੀ ਥੋੜ੍ਹੀ ਸਮਝ ਰਹੇ ਹਾਂ, ਜਿਹੜੀ ਜਾਣਕਾਰੀ ਸਾਨੂੰ ਬਕਾਇਦਾ ਅਕਾਲ ਤਖ਼ਤ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਜ਼ਾਦਾ ਵਿੱਚ ਵੀ ਦਿੱਤੀ ਗਈ ਆ। ਜਨਮ ਸੰਸਕਾਰ, ਨਾਮ ਸੰਸਕਾਰ, ਤੀਜਾ ਸੰਸਕਾਰ ਕੀ ਹੈ ਸਾਡਾ ਆਨੰਦ ਸੰਸਕਾਰ, ਤੇ ਚੌਥਾ ਮ੍ਰਿਤਕ ਸੰਸਕਾਰ। ਸਾਰੇ ਇਹ 4 ਸੰਸਕਾਰ ਨੇ ਜਿਹੜੇ ਸਾਡੀ ਜ਼ਿੰਦਗੀ ਨਾਲ ਜੁੜੇ ਹੋਏ ਨੇ, ਮਿਲੇ ਹੋਏ ਨੇਗੇ। ਤੇ ਇਹਨਾਂ 4 ਸੰਸਕਾਰਾਂ ਦੇ ਵਿੱਚੋਂ ਆਪਣੀ ਗੱਲ ਆ ਜਿਹੜੀ ਉਹ ਆਨੰਦ ਸੰਸਕਾਰ ਦੀ ਹੈ। ਸਿੱਖ ਦੀ ਬੱਚੀ ਦਾ ਵਿਆਹ ਸਿੱਖ ਨਾਲ ਹੋਵੇ। ਅੱਜ ਸੋਚ ਕੇ ਦੇਖੋ ਵੀ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਸਿੱਖ ਤੋਂ ਭਾਵ ਕੀ ਹੈ, ਸਿੱਖਣ ਵਾਲਾ। ਸਿੱਖ ਤੋਂ ਭਾਵ 5 ਕਕਾਰੀ ਬਾਣਾ ਪਾਉਣ ਵਾਲਾ ਨਹੀਂ, ਸਿੱਖ ਤੋਂ ਭਾਵ ਜਿਹਨੂੰ ਗਿਆਨ। ਹੁਣ ਪਾਤਸ਼ਾਹ ਜੀ ਕਹਿੰਦੇ ਸਿੱਖ ਦੀ ਲੜਕੀ ਦਾ ਰਿਸ਼ਤਾ ਸਿੱਖ ਨਾਲ ਹੋਵੇ, ਤੇ ਜਿੱਥੇ ਸਿੱਖਣ ਵਾਲਾ ਨਹੀਂ ਹੈ ਉਹਦੇ ਨਾਲ ਨਹੀਂ ਹੋਣਾ ਚਾਹੀਦਾ। ਕੀ ਅਸੀਂ ਇਸੇ ਪੁਆਇੰਟ ਤੇ ਖਰੇ ਉਤਰ ਆਏ ਨਾ? ਕਿੰਨਾ ਉਹ ਵਕਤ ਚੰਗਾ ਸੀ ਨਾ, ਕਿਹੜਾ ਜਿਸ ਟਾਈਮ ਤੇ ਲੜਕੇ ਲੜਕੀ ਨੂੰ ਵਿਖਾਇਆ ਨਹੀਂ ਸੀ ਜਾਂਦਾ, ਜਿਸ ਟਾਈਮ ਤੇ ਕੇਵਲ ਇੱਕ ਸਾਡੇ ਪਿੰਡ ਦਾ, ਸਾਡੇ ਘਰ ਦਾ ਕੋਈ ਨੇੜਲਾ ਬੰਦਾ ਜਿਹਨੂੰ ਆਪਾਂ ਕਾਮਾ ਲਾਗੀ ਆਦਿਕ ਨਾਂ ਦੇ ਦਿੰਦੇ ਆ, ਉਹ ਰਿਸ਼ਤਾ ਕਰਾਉਂਦਾ ਸੀ। ਸਾਡੀ ਧੀ ਦਾ ਰਿਸ਼ਤਾ ਜੋਗ ਲੜਕਾ ਵੇਖ ਕੇ ਘਰ ਆਉਂਦਾ ਸੀ। ਕਿੱਡਾ ਵਿਸ਼ਵਾਸ ਸੀ।
उस टाइम ते तलाक नहीं सी। अज किसी ना वाहिगुरू भला करे साडा उधर नूं मूँह ना होवे, वाहिगुरू ना करवावे, किसी कोर्ट कचहरी अदालत में जाके वेखो सब तो वध केस ने ना जिहड़े तलाक दे वो सिखां दे बच्चे बच्चियां दे आ। सब तो वध केस तलाक दे सिखां दे परिवारां नाल जुड़े हुए ने। किड्डी हैरानी दी गल आ भी जिहड़ी इन्नी अणखीली कौम, इन्नी सियाणी कौम, इन्नी आनंद दे विच वजी हुई कौम आ ते ओह कित्थे किहड़े कंमां दे विच तुरी फिरदी आ। इह सारा कुछ क्यों होया? गुरबाणी नालों टुट के। जिन्हों आपां कहने आप हुदरा, आप मुहारा, बंदा आप मुहारा हो गया, आप हुदरा हो गया, तां सारा कुछ ही हो रहा हैगा। आप हुदरे नूं बाणी च की लिखिया हैगा? मन मतीआ, मन मुख, बेमुख, गुरु नालों टुटिया होया। ते गुरु नालों टुटिया की हुंदा? आप हुदरा, आप मुहारा। हुण मान लो जिहड़ा पशु ना अपने मालक दे हथों निकल गया, उदाहरण मान लो भी अपने घरां विच पशु भी रखे ने, आम तौर ते बलद, ऊठ, घोड़े आदਿਕ ਕੰਮ वाले पशु भी हुंदे सन। उन्हां दे लगाम पाई आ, ਉਹ लगाम उन्हां नूं काबू रखदी आ, भाव उन्हां नूं एहसास कराउंदी आ भी तुसीं अपने मालक दे कहणे चलणागा। पर जिस दिन वो अपने नक च पाई हुई नकेल का दर्द मननों हट जान, अपने मालक दी मालकी का एहसास करनों हट जान, सच जानो उहदे मालक रस्सा ला हुंदा गा भी ये पशु ना मेरे जोग नहीं है। विच पशु बड़े सियाणे ने ना भी जिहड़े अपने मालक दे कहे अनुसार तुरदे ने, अपने मालक दी रमज पछाणदे ने। हुण पातशाह जी ने एक उदाहरण सानू समझा दित्ती भी ਉਹ ਪਸ਼ੂਆਂ ਦਾ अक्सर दुनिया दे लोग रस्सा लांदे ने। सच जाणिओ असीं नानक दे घर दे गोले सी। गोले तो भाव असीं नानक दे घर दे गुलाम सी। हुण चेता रखियो गुलाम ते नौकर च ना अंतर हुंदा। असीं बेशक एक बनदी हुई गल दे मुताबक ना इदां बोल दिंदे भी असीं नानक दे घर दे नौकर हां। नौकर नहीं, नानक दे घर दे असीं गोले हां, गुलाम हां। गुलाम ते नौकर विच की अंतर हुंदा? नौकर आ वो काम तो जवाब दे दिंदा भी नहीं मैं नहीं करदा, ਇਹ ਉਹ ਨੁਕਤਾਚੀਨੀ करदा गा, ਉਹ शंका करदा गा, ਉਹਦੇ मन विच दुविधा। ਤੇ ਜਿਹੜਾ ਗੁਲਾਮ ਆ ਨਾ ਤੇ ਚੇਤਾ ਰੱਖਿਓ ਉਹ ਕਦੇ ਜਵਾਬ ਨਹੀਂ ਦਿੰਦਾ। ਅਸੀਂ ਗੁਰੂ ਨੂੰ ਜਵਾਬ ਦੇਣਾ ਹੀ ਕੋਈ ਨਹੀਂ। ਅਸੀਂ ਹੋਰਾਂ ਦੇ ਗੁਲਾਮ ਨਹੀਂ, ਅਸੀਂ ਗੁਰੂ ਦੇ ਗੁਲਾਮ ਰਹਿਣਾ। ਗੁਰੂ ਦੇ ਹਾਂ ਨਾਨਕ ਕੇ ਘਰ ਗੋਲੇ, ਮੁੱਲ ਖਰੀਦੀ ਲਾਲਾ ਗੋਲਾ। ਉੱਥੇ ਜ਼ਿਕਰ ਕੀਤਾ ਨਾ ਮੈਂ ਆ ਦੇ ਮੁੱਲ ਖਰੀਦੀ ਆ। ਤੇ ਪਰ ਬਹੁਤੇ ਵਾਰੀ ਆਪਾਂ ਇਹ ਸੁਣਦੇ ਆ ਵੀ ਨਹੀਂ ਜੀ ਸਾਨੂੰ ਫ੍ਰੀ ਦੇ ਵਿੱਚ ਮਿਲੀ ਹੈ। ਨਾ ਨਾ ਨਾ, ਇਹ ਮੁੱਲ ਖਰੀਦੀ ਹੈ, ਇਹਦੇ ਬਦਲੇ ਸਾਨੂੰ ਬੜਾ ਕੁਛ ਦੇਣਾ ਪਿਆ ਤੇ ਬੜਾ ਕੁਝ ਦੇਣ ਦੇ ਲਈ ਅਸੀਂ ਗੁਰੂ ਨਾਲ ਕਰਾਰ ਕੀਤਾ। जी नाल आपां कहदे गलबात कीती भी इन्ना कुछ इहदे बदले मैं तैनूं देवांगा। बहुत जन बिछरे थे माधो जन्म तुम्हारे, लेखे पाउण वाला मुੱਲ उतारना। असीं पूरे दा पूरा जन्म है ना गुरु दे लेखे लाउणा। ये मुੱਲ आ देह दा। मुੱਲ खरीदी लाला गोला, मेरा नाम सुभागा तां मेरा जीवन सुभागा बन सकदा, आनंदमई बन सकदा। मुੱਲ खरीदी लाला गोला, मेरा नाम सुभागा। कदों? गुर के बचनी, गुरु दे बचन, गुर के बचनी हाट बकाना, जित लाया। जिवें मेरा मालक मैनू चलावेगा, जित लाया तित लागा, उवें मैं चलांगा। मेरी की मजाल है मैं मेरे गुरु दे कहने तो बाहर हो जा, मैं मेरे मालक दे कहने तो बाहर हो जा। मैं गुलाम हाँ मेरे मालक दा। ते वाहिगुरू भला करे अज साडी गुलामी कित्थे आ? आपां सारे एक सकिंट दे विच ना निगाह मार के वेखो भी असीं गुरु दे गुलाम आ ना। हुण आपां ये सोचांगे भी यार आपां एडे टाइम फैसला ले लिया भी असीं गुरु दे गुलाम नहीं हाँ, सानू की जजमेंट आ? कोई 5 मिनट का समा, 5 घंटिया का समा, 5 दिनां का समा होवे तां असीं चैक करके देख सकदे भी असीं गुरु दे गुलाम हाँ जां नहीं हाँ। इत्थे हुणी गल कही आ भी असीं गुरु दे गुलाम आ, आवाज़ की आई आ ना, विरलिਆਂ ਨੂੰ ਛੱਡ दो। 100 ਦੇ ਵਿੱਚੋਂ 2-4 ਛੱਡ ਦੇਵੋ, ਪਰ ਬਹੁਤੇ ਨਹੀਂ। ਬਾਕੀ 98-97% ਗੁਲਾਮ ਨਹੀਂ ਹਾਂ। ਗੁਰੂ ਦੇ ਲੋਕਾਂ ਦੇ ਗੁਲਾਮ ਹਾਂ,
ਅਸੀਂ ਸਰਕਾਰਾਂ ਦੇ ਗੁਲਾਮ ਹਾਂ, ਅਸੀਂ ਬਾਦਸ਼ਾਹਾਂ ਦੇ ਗੁਲਾਮ ਹਾਂ, ਅਸੀਂ ਵੱਡੇ ਵੱਡੇ ਨਾਢੂ ਖਾਂ ਸ਼ਾਹੂਕਾਰਾਂ ਦੇ ਗੁਲਾਮ ਹਾਂ। ਸੋਚ ਕੇ ਦੇਖੋ, ਗੁਲਾਮ ਹਨ ਅਸੀਂ ਲੱਚਰਵਾਦਤਾ ਫੈਲਾਉਣ ਵਾਲਿਆਂ ਦੇ ਗੁਲਾਮ ਹੋ ਗਏ। ਸਾਡੀ ਬਕਾਇਦਾ ਰਹਿਤ ਮਰਿਆਦਾ 'ਚ ਲਿਖਿਆ ਨਾ, ਸਿੱਖ ਦੀ ਧੀ ਦੇ ਵਿਆਹ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਗਾਣਾ ਵਜਾਣਾ ਨਹੀਂ ਹੋਣਾ ਚਾਹੀਦਾ। ਤੇ ਅੱਜ ਸਾਨੂੰ ਸਰਦਾ ਨਹੀਂ, ਬਾਪੂ ਗੁਰਦੁਆਰਾ ਸਾਹਿਬ ਦਾ ਮੈਂਬਰ ਵੀ ਆ, ਪ੍ਰਧਾਨ ਵੀ ਆ, ਵਾਹਿਗੁਰੂ ਭਲਾ ਕਰੇ। ਉੱਦਾਂ ਆਪਾਂ ਸੁਣਨ ਵਾਸਤੇ ਗੱਲ ਕਰਦੇ ਆ। ਪਿੰਡ ਦਾ ਮੋਹਤਬਰ ਸੱਜਣ ਵੀ ਆ, ਤੇ ਹੁਣ ਮੁੰਡਿਆਂ ਨੂੰ ਕਹਿੰਦਾ ਤੁਸੀਂ ਇਸ ਕੰਮ 'ਚ ਰਹਿਣ ਦਿਓ, ਮੈਂ ਅੱਗੇ ਜਾ ਕੇ ਅਦਾ ਕਰਾਂਗਾ ਰੋਲ। ਕਿਹੜਾ? ਵਿਆਹ ਗਾ ਬੱਚੀ ਦਾ, ਧੀ ਦਾ, ਪੋਤੀ ਦਾ। ਤੇ ਬਾਪੂ ਗਾਣੇ ਵਾਲਿਆਂ ਨੂੰ ਬੁੱਕ ਕਰਦਾ ਫਿਰਦਾ ਗਾ। ਅੱਛਾ, ਸਾਰਾ ਕੁਝ ਪਹਿਲਾਂ ਬੁੱਕ ਹੁੰਦਾ, ਤੇ ਜਿੱਥੇ ਆਨੰਦ, ਆਪਾਂ ਪਹਿਲਾਂ ਸੁਣਿਆ ਨਾ ਵੀ ਆਨੰਦ ਕਾਰਜਾਂ ਦੀ ਰਸਮ ਗੁਰੂ ਕੋਲੇ ਮੇਨ ਆ, 20 ਮਿੰਟ ਅੱਧਾ ਘੰਟਾ ਇਹ ਖਾਸ ਨੇ, ਤੇ ਬਾਕੀ ਸਭ ਡੁਪਲੀਕੇਟ ਆ। ਜਿੱਥੇ ਖਾਸ ਆ ਉਧਰ ਸੁਨੇਹਾ ਲਾਤਾ ਕਿ ਗੁਰੂ ਕੋਲੇ ਆ ਕੇ ਸੁਨੇਹਾ ਲਾ ਕੇ, ਸੱਚੇ ਪਾਤਸ਼ਾਹ ਅਸੀਂ ਤੈਨੂੰ ਪਹਿਲਾਂ ਦੱਸ ਕੇ ਜਾਂਦੇ, ਸਾਡੀ ਧੀ ਦਾ, ਸਾਡੀ ਬੱਚੀ ਦਾ ਆਨੰਦ ਕਾਰਜ ਨਾ ਫਲਾਣੇ ਦਿਨ ਆ। ਗੁਰੂ ਦੀ ਸੰਭਾਲ ਕਰਨ ਵਾਲਾ ਕੋਈ ਗ੍ਰੰਥੀ, ਰਾਗੀ, ਢਾਡੀ, ਕੋਈ ਪ੍ਰਬੰਧਕ ਦੱਸ ਕੇ ਉਹਨੂੰ ਨਾ। ਇੱਥੇ ਕੀ ਆ, ਉਹ ਕਹਿੰਦੇ ਮੌਕੇ ਤੇ ਫੋਨ ਕਰ ਦਾਂਗੇ, ਬਣਦੀ ਆ ਮੇਰੀ ਫਲਾਣੇ ਮੈਂਬਰ ਨਾਲ, ਆਪਣਾ ਆਪਦਾ ਹੀ ਆ, ਕਹਿੰਦੇ ਕੁਛ ਨਹੀਂ ਹੁੰਦਾ, ਸਰਪੰਚ ਤੋਂ ਕਹਾ ਦਾਂਗੇ। ਫਿਰ ਕੀ ਹੁੰਦਾਗਾ? ਇੱਥੇ ਆ ਕੇ ਆ ਵਿਚਾਰ ਬਣ ਗਈ। ਸੋਚੋ, ਗਾਣੇ ਵਾਲੇ ਪਹਿਲਾਂ, ਹਲਵਾਈ ਪਹਿਲਾਂ, ਸਭ ਕੁਝ ਪਹਿਲਾਂ। ਮੇਰੇ ਕਹਿਣ ਤੋਂ ਭਾਵ ਵੀ ਗਲਤ ਡਾਂਸਰ ਆਪਣੀ ਲੜਕੀਆਂ ਦੇ ਵਿਆਹਾਂ ਵਿੱਚ ਕਰਵਾਉਣ ਵਾਲੇ, ਉੱਥੇ ਕਈ ਵਾਰ ਬਾਪੂ ਦਾ, ਪਿਓ ਦਾ ਰੋਲ ਅੱਗੇ ਹੁੰਦਾ। ਇਹ ਆਮ ਗੱਲ ਨਹੀਂ, ਇਹ ਇੱਕ ਅੱਜ ਵੱਡੇ ਪੱਧਰ ਤੇ ਖਾਸ ਗੱਲ ਬਣ ਗਈ। ਤੇ ਰਹਿਤ ਮਰਜ਼ਾਦਾ ਸਾਡੀ 'ਚ ਕੀ ਲਿਖਿਆ ਵੀ ਇਹ ਕੰਮ ਕਰਨਾ ਹੀ ਨਹੀਂਗਾ। ਜਿੱਥੇ ਇਹ ਕੰਮ ਹੋਵੇ ਉਹ ਸਿੱਖ ਨਹੀਂ ਹੁੰਦੇ। ਹੁਣ ਮੱਸੇ ਰੰਗੜ ਨੇ ਕੰਮ ਕੀਤਾ, ਮੱਸੇ ਰੰਗੜ ਨੂੰ ਕਹਿੰਦਾ ਕੋਈ ਮੱਸਾ ਰੰਗੜ ਸਿੱਖ ਆਗਾ ਨਾ। ਚਲੋ, ਸੱਚੇ ਪਾਤਸ਼ਾਹ ਭਲਾ ਕਰੇ, ਸਾਡੀ ਮੱਤ ਆ ਜਿਹੜੀ ਉਹ ਸੁਮੱਤ ਵਿੱਚ ਤਬਦੀਲ ਹੋਵੇ। ਕੁਮੱਤ ਆ ਉਹ ਮੱਤ 'ਚ, ਮੱਤ ਸੁਮੱਤ ਵਿੱਚ ਤਬਦੀਲ ਹੋਵੇ। ਹੁਣ ਜਿਹੜੀ ਆਪਣੀ ਵਿਚਾਰ ਸੀ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਦੁਖਾਂਤ ਆ ਨਾ, ਉਹ ਇਸ ਤਰ੍ਹਾਂ ਦਾ ਬਣ ਗਿਆ, ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਗੁਲਾਮ ਨਹੀਂ ਰਹੇ। ਤੇ ਆਪਣਾ ਪੱਖ ਸੀ ਵੀ ਅਸੀਂ ਐਟ ਏ ਟਾਈਮ ਹੀ ਫੈਸਲਾ ਕਰ ਲਿਆ ਵੀ ਅਸੀਂ ਗੁਲਾਮ ਨਹੀਂ ਹਾਂ। ਕਿਉਂ? ਇੱਥੋਂ ਸਿੱਧ ਹੋ ਗਿਆ ਵੀ ਜਦੋਂ ਅਸੀਂ ਗੁਰੂ ਦੇ ਆਖੇ ਨਹੀਂ ਲੱਗੇ ਤਾਂ ਅਸੀਂ ਗੁਲਾਮ ਨਹੀਂ ਹਾਂ, ਗੁਰੂ ਦੇ ਗੁਲਾਮ ਨਹੀਂ ਹਾਂ, ਹੋਰ ਕਿਸੇ ਦੇ ਗੁਲਾਮ ਹੋਵਾਂਗੇ। ਇੱਕ ਗੱਲ ਥੋੜੀ ਜਿਹੀ ਮੈਂ ਅੱਜ ਦੇ ਤੌਰ ਤੇ ਜ਼ਰੂਰ ਕਰਾਂਗਾ। ਸ਼ੱਕ ਆਪਣਾ ਵਿਸ਼ਾ ਜਿਨ੍ਹਾਂ ਅਲਾਵਾਂ ਦਾ ਪਾਠ ਸਮਝਣ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਦਿੱਤੀ ਆ ਵੀ ਸਾਡੀ ਜ਼ਿੰਦਗੀ 'ਚ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ, ਨਾ ਹੀ ਛੱਡਣ ਨੂੰ ਕਿਹਾ, ਨਾ ਹੀ ਖੁੱਬਣ ਨੂੰ ਕਿਹਾਗਾ। ਬਾਬੇ ਨੇ ਬੜੇ ਸੋਹਣੇ ਢੰਗ ਨਾਲ ਵਿਚਾਰ ਦਿੱਤੀ ਆ। ਬਾਬਾ ਮੇਰਾ ਬੜਾ ਦਿਆਲੂ, ਕਿਰਪਾਲੂ, ਬੜਾ ਅਮੀਰ ਹੈਗਾ। ਇਹਦੇ ਵਿੱਚੋਂ ਥੋੜਾ ਮੈਂ ਸਾਈਡ ਤੇ ਜਾਣਾ ਚਾਹੁੰਦਾਗਾ। ਜੇ ਅਸੀਂ ਗੁਰੂ ਨਾਲੋਂ ਟੁੱਟ ਕੇ ਗੁਲਾਮ ਦਾ ਰੱਸਾ ਜਿਹੜਾ ਨਾ ਉਹ ਆਪਣੇ ਗਲ ਚੋਂ ਕੱਢਤਾ, ਅਸੀਂ ਹੋ ਗਏ ਗੁਰੂ ਵਾਲੇ ਪਾਸਿਓਂ ਆਜ਼ਾਦ। ਗੁਰੂ ਜੋ ਕਹੇ ਨਾ ਕਹੇ, ਅਸੀਂ ਨਹੀਂ ਗੁਰੂ ਦੇ ਅੱਖੇ ਲੱਗਣਾਗਾ। ਉਹ ਹਾਲਾਤ ਅੱਜ ਕੀ ਬਣ ਗਏ? ਕਿਸੇ ਨੇ ਬੜਾ ਸੋਹਣਾ ਜ਼ਿਕਰ ਕੀਤਾਗਾ, ਕਹਿੰਦੇ ਸਾਡੀ ਗੁਲਾਮੀ ਦਾ ਪਤਾ ਕਿੱਥੋਂ ਲੱਗਦਾਗਾ? ਜਦੋਂ ਅਸੀਂ ਕਿਰਤ ਨੂੰ ਟੁੱਟ ਗਏ। ਤੇ ਕਿਰਤ ਨਾਲੋਂ ਟੁੱਟੇ ਨਹੀਂ, ਕਿਰਤ ਨਾਲੋਂ ਸਾਨੂੰ ਤੋੜਿਆ ਵੀ ਗਿਆਗਾ। ਤੇ ਕਿਰਤ ਨਾਲੋਂ ਟੁੱਟਣਾ, ਆਪਣੀ ਜ਼ਮੀਨ ਨਾਲੋਂ ਟੁੱਟਣਾ, ਆਪਣੀ ਮਾਂ ਨਾਲੋਂ ਟੁੱਟਣਾ। ਤੇ ਮਾਂ ਨਾਲੋਂ ਟੁੱਟ ਗਏ ਤੇ ਅੱਜ ਉਸੇ ਮਾਂ ਤੇ ਕਬਜ਼ਾ ਕਰਨ ਦੇ ਲਈ ਹਮਲਾਵਰ ਚੜ ਕੇ ਆ ਗਏ। ਜਦੋਂ ਵੀ ਲੜਾਈ ਹੋਈ ਆ, ਮਾਂ ਕਰਕੇ ਹੋਈ ਆ। ਕਾਹਦੇ ਕਰਕੇ? ਜ਼ਮੀਨ ਕਰਕੇ ਹੋਈ ਆ। ਜਦੋਂ ਵੀ ਕੋਈ ਲੜਾਈ ਹੁੰਦੀ ਹੈ ਕਿਸੇ ਵਿਸ਼ੇ ਤੇ ਨਾ, ਇਹ ਜ਼ਮੀਨ ਦੇ ਸੰਬੰਧ 'ਚ ਹੁੰਦੀ ਆ। ਕੋਈ ਜ਼ਮੀਨ ਨੂੰ ਨੱਪਦਾ ਕਿ ਇਸ ਮਾਂ ਨੂੰ, ਤੇ ਕੋਈ ਇਸ ਜ਼ਮੀਨ ਪਿੱਛੇ ਕਤਲ ਕਰ ਦਿੰਦਾਗਾ। ਤੇ ਹੁਣ ਸੱਚ ਜਾਣਿਓ, ਉਹ ਜ਼ਮੀਨ ਦਾ ਜਿਹੜਾ ਪਿਛਲਾ ਮੁੱਢ ਬੰਨਿਆ ਨਾ, ਉਹ ਬਾਬੇ ਨਾਨਕ ਨੇ ਬੰਨਿਆ ਵੀ ਤੂੰ ਆਪਣੀ ਮਾਂ ਨਾਲੋਂ ਕਦੇ ਟੁੱਟੀ ਨਾ। ਮਾਂ ਤੋਂ ਭਾਵ ਕੀ ਹੈ? ਕਿਰਤ ਨਾਲੋਂ ਨਾ ਟੁੱਟੀ। ਤੇ ਬਾਬੇ ਨਾਨਕ ਨੇ ਕਿਰਤ ਦਾ ਸਿਧਾਂਤ ਸਾਨੂੰ ਸਭ ਤੋਂ ਪਹਿਲਾਂ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਹੁਣ ਆਪਾਂ ਇੱਥੇ ਪੁਆਇੰਟ ਪੜ੍ਹਿਆ ਸੀ, ਬੋਲਿਆ ਸੀ ਵੀ ਅਸੀਂ ਗੁਰੂ ਨਾਨਕ ਦੇ ਘਰ ਦੇ ਗੁਲਾਮ ਨਹੀਂ ਹਾਂ।
ਗੁਰੂ ਨਾਨਕ ਦੇ ਘਰ ਦੇ ਗੁਲਾਮ ਨਹੀਂ ਹਾਂ ਅਸੀਂ, ਗੁਲਾਮੀ ਦੇ ਫੰਦੇ ਤੋਂ ਪਾਸੇ ਹੋ ਗਏ। ਗੁਰੂ ਨਾਨਕ ਸਾਹਿਬ ਦੇ ਗੁਲਾਮੀ ਦੇ ਫੰਦੇ ਤੋਂ ਹੋਰ ਗੁਲਾਮੀ ਦਾ ਫੰਦਾ ਆਪਣੇ ਗਲ ਵਿੱਚ ਪਾ ਲਿਆ। ਕਿਵੇਂ? ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਤਿੰਨੇ ਹੀ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਚੋਂ ਵਿਸਾਰਿਆ ਹੋਇਆ ਗਾ। ਜਿੱਥੇ ਆਪਾਂ ਗੱਲ ਕਰਦੇ ਨੇ ਸਿੱਖਾਂ ਦੇ ਘਰਾਂ 'ਚ ਨਾਚ ਹੁੰਦੇ ਨੇ, ਸਿੱਖਾਂ ਦੇ ਘਰਾਂ 'ਚ ਸ਼ਰਾਬਾਂ ਚੱਲਦੀਆਂ ਨੇ। ਕਹਿੰਦੇ ਪੂਰੇ ਇੰਡੀਆ 'ਚੋਂ ਨਾ ਸਭ ਤੋਂ ਵੱਧ ਸ਼ਰਾਬ ਪੰਜਾਬ ਦੀ ਧਰਤੀ ਤੇ ਨਸ਼ਾ, ਤੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਨਸ਼ਾ ਪੰਜਾਬ 'ਚ, ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਸ਼ਰਾਬ ਆਦਿਕ ਹੋਰ ਨਸ਼ੇ। ਕਹਿੰਦਿਆਂ ਨੂੰ ਇੱਥੇ ਸ਼ਰਮ ਆਉਂਦੀ ਆ, ਸੰਗ ਆਉਂਦੀ ਆ ਸਿੱਖਾਂ ਦੇ ਘਰਾਂ 'ਚ। ਸੋਚ ਕੇ ਦੇਖੋ, ਇਹ ਅੱਜ ਦੀ ਸਰਕਾਰ ਦੇ ਅੰਕੜੇ ਨੇ। ਜਿਹੜੀ ਸਰਕਾਰ ਅੱਜ ਸਾਨੂੰ ਗੁਲਾਮ ਕਰਨਾ ਚਾਹੁੰਦੀ ਹੈ ਨਾ, ਉਹਨਾਂ ਦੇ ਅੰਕੜੇ ਨੇ। ਉਹਨਾਂ ਨੂੰ ਪਤਾ ਸੀ, ਕਹਿੰਦੇ ਇਹ ਕੌਮ ਅਣਖੀ ਬੜੀ ਹੈ। ਇਹ ਅੱਜ ਵੀ ਉਹ ਰਾਏ ਕਰ ਰਹੇ ਨੇ ਵੀ ਹਨ ਅਣਖੀ, ਇਹਨਾਂ ਨੂੰ ਪਾਸੇ ਕਰ ਦਿਓ, ਛੱਡ ਦਿਓ ਇਹਨਾਂ ਨੂੰ। ਹੁਣ ਚੇਤਾ ਰੱਖਿਓ, ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਘਰ 'ਚ ਨਸ਼ਾ ਵੜ ਕੇ ਸਾਡੀ ਅਣਖ ਖਤਮ ਕੀਤੀ ਆ। ਸਾਡੀ ਅਣਖ ਨੂੰ ਖਤਮ ਕੀਤਾ ਸਾਡੇ ਅੰਦਰੋਂ। ਤੇ ਹੁਣ ਕਈ ਵਾਰ ਵਿਚਾਰ ਹੁੰਦੀ ਹੈ ਨਾ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਹਿਲੀ ਜੰਗ ਬਾਜ ਪਿੱਛੇ। ਬਾਜ ਦੀ ਕੀ ਗੱਲ ਹੈ ਕਿ ਮਰ ਗਿਆ, ਹੋਰ ਲਿਆਵਾਂਗੇ, ਕੋਈ ਖਾਸ ਗੱਲ ਨਹੀਂ ਨਾ ਹੈ, ਪਰ ਅਣਖ। ਹੁਣ ਚੇਤਾ ਰੱਖਿਓ ਵੀ ਜਿਹੜੀ ਕੌਮ ਅਣਖੀਲੀ ਸੀ, ਉਸ ਕੌਮ ਨੂੰ ਕਿਹੜੇ ਢੰਗ ਨਾਲ ਨਪੀੜਿਆ ਜਾ ਰਿਹਾ ਹੈਗਾ। ਲੱਚਰਤਾ, ਨੰਗੇਜਵਾਦ, ਨਸ਼ੇ, ਬੇਲੜਪਣਾ, ਇਹ ਚੀਜ਼ ਦੇ ਨਾਲ ਜੋੜਿਆ ਗਿਆ। ਸੱਚ ਜਾਣਿਓ, ਜਿਹੜਾ ਕਿਰਤ ਕਰੋ ਨਾਮ ਜਪੋ ਵਾਲਾ ਸੰਦਰਭ ਸੀ ਨਾ, ਉਹਦੇ ਨਾਲੋਂ ਸਾਨੂੰ ਗੁਰੂ ਨਾਨਕ ਸਾਹਿਬ ਦੇ ਮੌਕੇ ਵੱਡੇ ਤੋਂ ਵੱਡਾ ਹਮਲਾਵਰ ਤੋੜ ਨਹੀਂ ਸਕਿਆ। ਵੱਡੇ ਤੋਂ ਵੱਡਾ ਪੁਜਾਰੀ ਕਹਿ ਲਓ। ਹੁਣ ਇਹ ਸਿਧਾਂਤ ਨਾਲੋਂ ਤੋੜਨ ਦਾ ਜ਼ੋਰ ਰਾਜੇ ਦਾ ਵੀ ਲੱਗਿਆ, ਤੇ ਰਾਜੇ ਨੂੰ ਚਲਾਉਣ ਵਾਲੇ ਪੁਜਾਰੀ ਦਾ ਵੀ ਲੱਗਿਆ ਹੋਇਆ ਹੈਗਾ। ਇੱਕ ਦਾ ਜ਼ੋਰ ਨਹੀਂ, ਇਹਦੇ ਨਾਲੋਂ ਤੋੜਨ ਵਾਸਤੇ ਨਾ ਜ਼ੋਰ ਸਾਰਿਆਂ ਦਾ ਲੱਗਿਆ ਹੋਇਆ ਹੈਗਾ। ਤੇ ਪਰ ਸੱਚ ਜਾਣਿਓ, ਜਿਹੜੇ ਸਿਆਣੇ ਆ ਉਹਨਾਂ ਨੂੰ ਛੱਡ ਲਵੋ, ਪਾਸੇ ਕਰ ਲਵੋ, ਪਰ ਬਹੁ ਗਿਣਤੀ ਉਹਨਾਂ ਦੀ ਜਿਹੜੇ ਕਿਰਤ ਨੂੰ ਟੁੱਟ ਗਏ, ਜਿਨ੍ਹਾਂ ਨੂੰ ਕੰਮ ਕਰਨਾ ਪਸੰਦ ਨਹੀਂ ਹੈ। ਇਸੇ ਧਰਤੀ ਤੇ ਬਾਹਰੋਂ ਆਏ ਲੋਕ ਮਾਲਕ ਬਣ ਗਏ, ਪਰ ਸਾਡੇ ਲੋਕ ਕੀ ਬਣ ਗਏ? ਸੱਚ ਜਾਣੋ, ਸਾਰੇ ਆਪਾਂ ਇੱਕੋ ਸ਼੍ਰੇਣੀ ਦੇ ਆਂਗੇ। ਸਾਡੇ ਲੋਕ ਕੀ ਬਣ ਗਏ? ਉਹ ਆਪਾਂ ਸਾਰੇ ਸਮਝਦੇ ਹਾਂ ਕਿੱਧਰ ਨੂੰ ਸਾਡਾ ਰਸਤਾ ਬਣ ਗਿਆ, ਕਿੱਧਰ ਨੂੰ ਅਸੀਂ ਜਾ ਰਹੇ ਹਾਂ, ਉਹ ਆਪਾਂ ਖੁਦ ਸਮਝਦੇ ਹਾਂ। ਇਹਦਾ ਮਤਲਬ ਕੀ ਹੈ? ਵੀ ਅਸੀਂ ਕਿਰਤ ਦੇ ਸਿਧਾਂਤ ਨਾਲੋਂ ਟੁੱਟ ਗਏ। ਫਿਰ ਨਾਮ ਜਪਣਾ ਤਾਂ ਬਾਹਲੀ ਦੂਰ ਦੀ ਗੱਲ ਆ, ਉਹ ਤਾਂ ਬਹੁਤ ਪਿੱਛੇ ਦੀ ਗੱਲ ਆ। ਨਾਮ ਜਪਣ ਵਾਲੀ ਗੱਲ, ਪਹਿਲਾ ਸਿਧਾਂਤ ਬਾਬੇ ਨਾਨਕ ਨੇ ਕਿਰਤ ਦਾ ਦਿੱਤਾ, ਤੇ ਕਿਰਤ ਕੇਵਲ ਬਾਬੇ ਨਾਨਕ ਨੇ ਕਹੀ ਨਹੀਂ ਵੀ ਕਰ। ਤੇ ਬਾਬੇ ਨਾਨਕ ਨੇ 18 ਸਾਲ, ਵੈਸੇ ਤਾਂ ਸਾਰੀ ਉਮਰ ਹੀ ਬਾਬੇ ਨਾਨਕ ਦੀ ਕਿਰਤ ਵਿੱਚ ਬਤੀਤ ਹੋਈ ਆ। ਤੇ ਜੇ ਆਪਾਂ ਸਰੀਰਕ ਤਲ ਤੇ ਦੁਨਿਆਵੀ ਤਲ ਤੇ ਵੇਖੀਏ ਨਾ, ਤੇ ਬਾਬੇ ਨਾਨਕ ਨੇ 18 ਸਾਲ ਤੱਕ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਿਨ ਰਾਤ ਇੱਕ ਕੀਤੀ ਹੈ ਨਾ। ਉਹ ਤਾਂ ਦੱਸਦੀ ਹੈ ਸਾਨੂੰ ਵੀ ਬਾਬੇ ਨਾਨਕ ਨੇ ਕਿਰਤ ਦੇ ਸਿਧਾਂਤ ਨਾਲ ਸਾਨੂੰ ਕਿਹੜੇ ਢੰਗ ਨਾਲ ਜੋੜਿਆ। ਦੂਜੇ ਪਾਤਸ਼ਾਹ ਨੇ ਵਪਾਰੀ ਸਿਸਟਮ ਨਾਲ ਜੋੜਿਆ, ਵੀ ਤੇਰੀ ਜੀਵਨ ਦੇ ਵਿੱਚ ਵਪਾਰ ਵੀ ਹੋਵੇ, ਇਹ ਨਾ ਹੋਵੇ ਤੈਨੂੰ ਕੋਈ ਲੁੱਟ ਕੇ ਲੈ ਜੇ, ਤੈਨੂੰ ਦੇਣ ਲੈਣ ਦਾ ਸਭ ਹਿਸਾਬ ਕਿਤਾਬ ਹੋਵੇ। ਭਾਈ ਭਗੀਰਥ ਵਰਗੇ, ਮਨ ਸੁਖ ਵਰਗੇ ਦੁਕਾਨਦਾਰ ਆ ਨਾ, ਚੇਤਾ ਰੱਖਿਓ ਉਹਨਾਂ ਦੀ ਜ਼ਿੰਦਗੀ 'ਚ ਸਾਨੂੰ ਵਪਾਰ ਵੀ ਕਿਵੇਂ ਕਰਨਾ ਹੈਗਾ, ਕਿਵੇਂ ਆਪਣੀ ਚੀਜ਼ ਦਾ ਮੁੱਲ ਸਹੀ ਢੰਗ ਨਾਲ ਲੈਣਾ, ਤੇ ਕਿਵੇਂ ਕਿਸੇ ਨੂੰ ਕਿਸੇ ਤੋਂ ਲੈਤੀ ਹੋਈ ਚੀਜ਼ ਦਾ ਮੁੱਲ ਦੇਣਾ। ਇਹ ਵੀ ਇਸ ਬਾਬੇ ਨਾਨਕ ਨੇ ਸਾਨੂੰ ਸਮਝਾਇਆ। ਇੱਥੋਂ ਸਿੱਧ ਹੁੰਦਾ ਵੀ ਅਸੀਂ ਇੰਨੇ ਅਣਜਾਣ ਆ ਕਿ ਬਾਬੇ ਨਾਨਕ ਨੂੰ ਹਰ ਗੱਲ ਸਮਝਾਉਣੀ ਪਈ। ਹਾਂ, ਪਰ ਅੱਜ ਅਸੀਂ ਉਸ ਚੀਜ਼ ਨਾਲੋਂ ਟੁੱਟ ਗਏ ਹਾਂ। ਚਲੋ ਉਹ ਇੱਕ ਅਲੱਗ ਵਿਸ਼ਾ ਹੈਗਾ, ਵੀ ਬਹੁਤ ਵੱਡਾ ਵਿਸ਼ਾ ਬਣ ਜਾਵੇਗਾ, ਪਰ ਆਪਣਾ ਮੇਨ ਵਿਸ਼ਾ ਸੀ ਆਨੰਦ ਦਾ। ਵੀ ਅੱਜ ਆਨੰਦ ਕਾਰਜ ਤੋਂ ਬਾਅਦ ਸਾਡੀ ਜ਼ਿੰਦਗੀ 'ਚ ਵਿਗਾੜ ਆ ਜਾਂਦਾ, ਉਹ ਕਿਉਂ ਹੈ? ਸਾਰਾ ਕੁਛ ਇਹ ਗੁਰੂ ਨਾਲੋਂ ਟੁੱਟਣ ਕਰਕੇ ਹੈ। ਤੇ ਨਹੀਂ, ਸਾਡੀ ਜ਼ਿੰਦਗੀ ਨੂੰ ਪਾਤਸ਼ਾਹ ਨੇ, ਉਹ ਰੱਬ ਜੀ ਨੇ ਇੰਨਾ ਸੋਹਣਾ ਸ਼ਿੰਗਾਰ ਕੇ ਦੁਨੀਆ ਦੇ ਵਿੱਚ ਭੇਜਿਆ। ਇੱਕ ਬੂਟਾ ਲਾਇਆ, ਇਹ ਬੂਟਾ ਕੱਲਾ ਕੱਲਾ ਇੱਕ ਬਾਗ ਬਣ ਗਿਆ। ਬਹੁਤੀਆਂ ਉਹ ਕਲੀਆਂ ਨੇ ਬਾਗ ਦੇ ਵਿੱਚ, ਜਿਨ੍ਹਾਂ ਨੇ ਕੱਲ ਨੂੰ ਬਾਗ ਨੂੰ ਮਹਿਕਾਉਣਾ। ਬੱਚੇ, ਬਹੁਤੇ ਉਹ ਪੌਦੇ ਨੇ, ਫੁੱਲ ਨੇ, ਜਿਹੜੇ ਬਾਗ ਨੂੰ ਮਹਿਕਾ ਰਹੇ ਨੇ, ਜਵਾਨ। ਤੇ ਬਹੁਤੇ ਉਹ ਇਸ ਬਾਗ ਵਿੱਚ ਬੂਟੇ ਨੇ ਜਿਹੜੇ ਮੁਜ਼ਰਾ ਰਹੇ ਨੇ, ਭਾਵ ਜਵਾਨੀ ਤੋਂ ਬਾਅਦ ਬੁਢੇਪੇ ਵੱਲ ਜਾ ਰਹੇ ਨੇ। ਪਰ ਰੱਬ ਜੀ ਦਾ ਇੱਕ ਨਿਯਮ ਆ, ਉਹ ਕਹਿੰਦਾ ਇਹ ਬਾਗ ਸਦਾ ਮਹਿਕਦਾ ਰਹੇਗਾ, ਇਹ ਬਾਗ ਕਦੇ ਖਤਮ ਨਹੀਂ ਹੋਵੇਗਾ। ਅੱਛਾ, ਇਹ ਬਾਗ ਨੂੰ ਅੱਗੇ ਤੋਂ ਅੱਗੇ ਵਧਾਉਣ ਦਾ ਜਿਹੜਾ ਕੰਮ ਆ ਨਾ, ਉਹ ਮਨੁੱਖ ਨੂੰ ਹੀ ਦਿੱਤਾ ਰੱਬ ਨੇ, ਪਰਮਾਤਮਾ ਨੇ। ਹਰ ਇੱਕ ਇਸ ਧਰਤੀ ਤੇ ਰਹਿਣ ਵਾਲੇ ਜੀਵ ਨੂੰ ਰੱਬ ਦਾ ਹੁਕਮ ਆ।
ਇਹ ਬਾਗ ਦੇ ਵਿੱਚ ਬੂਟੇ ਵੀ ਤੁਰ ਜਾਣਗੇ, ਪੱਟੇ ਜਾਣਗੇ ਤੇ ਬੂਟੇ ਹੋਰ ਲਾਉਣੇ ਵੀ ਨੇ। ਉਹ ਬੂਟਿਆਂ ਦਾ ਜਿਹੜਾ ਮੇਨ ਵਿਸ਼ਾ ਉਹ ਹੈ ਆਨੰਦ ਕਾਰਜ। ਦੇਖੋ ਬੰਦੇ ਨੂੰ ਬੀਜ ਬੀਜਣ ਵਿੱਚ, ਫਸਲ ਬੀਜਣ ਵਿੱਚ, ਆਪਣੇ ਘਰ ਵਿੱਚ ਬਾਗ ਲਾਉਣ ਵਿੱਚ ਕਿੰਨਾ ਸਕੂਨ ਮਿਲਦਾ ਗਾ। ਤੇ ਪਰ ਜਿਹੜੀ ਆਨੰਦ ਕਾਰਜ ਦੀ ਰਸਮ, ਆਨੰਦ ਕਾਰਜ ਸਾਨੂੰ ਰਸਮ ਦਿੱਤੀ ਹੈ ਨਾ ਵਾਹਿਗੁਰੂ ਨੇ, ਮਾਲਕ ਨੇ, ਉਹਦੇ ਵਿੱਚ ਸਾਡੇ ਅੰਦਰ ਸਕੂਨ ਹੈ, ਆਨੰਦ ਹੈ ਜਾਂ ਨਹੀਂ ਹੈ? ਨਹੀਂ ਹੈ। ਜਿੱਥੋਂ ਤੱਕ ਵੇਖਾਂਗੇ ਵੀ ਨਹੀਂ ਹੈ। ਨਾ ਕਿਉਂ ਨਹੀਂ ਹੈ? ਕਿਉਂਕਿ ਅਸੀਂ ਭਾਈ ਗੁਰੂ ਨਾਲੋਂ ਪਾਸੇ ਹੋ ਚੁੱਕੇ ਹਾਂ। ਧਰ ਜੀ ਅਰੇ ਇੱਕ ਟੇਕ ਤੂੰ, ਇੱਕ ਤੇ ਟੇਕ ਰੱਖਣੀ ਸੀ ਪਰ ਉਹਦੇ ਨਾਲੋਂ ਟੇਕ ਆ ਸਾਡੀ ਜਿਹੜੀ ਉਹ ਪਾਸੇ ਹੋ ਗਈ ਆ। ਠੀਕ ਹੈ ਨਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਨੇ ਜੋ ਰਸਮ ਦਿੱਤੀ ਹੈ ਨਾ ਉਹ ਹੋਣੀ ਜ਼ਰੂਰੀ ਹੈ। ਸਾਨੂੰ ਗ੍ਰਸਤੀ ਜੀਵਨ ਵਿੱਚ ਰਹਿੰਦੇ ਆ ਆਨੰਦ ਗੁਰੂ ਨਾਲ ਜੁੜ ਕੇ ਪ੍ਰਾਪਤ ਕਰਨਾ ਚਾਹੀਦਾ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਈ। ਭਗਤ ਕਬੀਰ ਸਾਹਿਬ ਜੀ ਨੇ ਬੜਾ ਕਮਾਲ ਦਾ ਸ਼ਬਦ ਦਿੱਤਾ। ਉਹ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਦੋਂ ਸ਼ਲੋਕ ਹੁੰਦੇ ਨੇ, ਉਹ ਸ਼ਲੋਕਾਂ ਦੇ ਵਿੱਚ ਇੱਕ ਸ਼ਲੋਕ ਆ, ਲਾਸਟ ਵਾਲਾ ਸ਼ਲੋਕ ਆ। ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਾ, ਜੇ ਤੂੰ ਗ੍ਰਹਿ ਤੋਂ ਭਾਵ ਹੈ ਗ੍ਰਸਤੀ, ਜੋ ਗ੍ਰਹਿ ਕਰੇ ਤਾਂ ਧਰਮ ਕਰ। ਗ੍ਰਸਤੀ ਹੋਣ ਦੇ ਨਾਲ ਨਾਲ ਘਰਵਾਰੀ, ਗ੍ਰਸਤੀ ਤੋਂ ਭਾਵ ਘਰਵਾਰੀ, ਆਪਣੇ ਪਰਿਵਾਰ ਵਿੱਚ ਰਹਿਣ ਦੇ ਨਾਲ ਨਾਲ ਤੇਰੀ ਜ਼ਿੰਦਗੀ 'ਚ ਧਰਮ ਹੋਣਾ ਅਤੀ ਜ਼ਰੂਰੀ ਆ। ਇੱਥੇ ਅਤੀ ਲਿਖਿਆ, ਅਤੀ ਛੱਡਣਾ ਨਹੀਂ ਹੈ, ਅਤੀ ਜ਼ਰੂਰੀ ਆ। ਤੇ ਨਹੀਂ ਸਾਡੀ ਬੋਲੀ ਕੀ ਹੁੰਦੀ ਆ, ਲੈ ਕਿੱਥੇ ਧਰਮ ਅਸੀਂ ਕਿੱਥੇ ਨਿਭਾ ਸਕਦੇ ਆ, ਸਾਡਾ ਤਾਂ ਉਹਦੇ ਨਿਆਣੇ ਨਹੀਂ ਲੋਟ ਆਉਂਦੇਗੇ, ਘਰ ਵਾਰ ਹੀ ਲੋਟ ਆਉਂਦਾ ਗਾ, ਸਾਥੋਂ ਤਾਂ ਆਪਣਾ ਪਰਿਵਾਰ ਹੀ ਠੀਕ ਹੁੰਦਾ। ਨਹੀਂ, ਕਬੀਰ ਸਾਹਿਬ ਜੀ ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੋ ਗ੍ਰਹਿ ਕਰਹਿ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਜੇ ਤੂੰ ਧਰਮੀ ਨਹੀਂ ਬਣ ਸਕਦਾ, ਜੇ ਤੂੰ ਗ੍ਰਸਤੀ ਜੀਵਨ ਨਹੀਂ ਅਪਣਾ ਸਕਦਾ, ਤੇਰੇ 'ਚ ਹਿੰਮਤ ਨਹੀਂ, ਤੁਹਾਡੇ ਪਰਿਵਾਰ ਵਿੱਚ ਹਿੰਮਤ ਨਹੀਂ, ਤੂੰ ਮਾਨਸਿਕ ਤਲ ਤੇ ਡਾਊਨ ਆ, ਤੇਰੇ ਜੀਵਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਵਿਸ਼ਵਾਸ, ਭਰੋਸਾ, ਸ਼ਰਧਾ ਨਹੀਂ ਹੈ, ਤਾਂ ਬਰਾਗੀ ਬਣ ਜਾ। ਕਬੀਰ ਸਾਹਿਬ ਕਹਿੰਦੇ, ਦੇਖੋ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਕਹਿੰਦੀ ਬਰਾਗੀ ਬਣ, ਪਰ ਇੱਥੇ ਕਿਹਾ ਕਿਹਨੂੰ ਆ, ਜੇ ਤੈਨੂੰ ਅਕਲ ਨਹੀਂ ਹੈ ਜ਼ਿੰਦਗੀ ਜਿਉਣ ਦੀ, ਬੱਚੇ ਪਾਲਣ ਦੀ ਅਕਲ ਨਹੀਂ ਨਾ, ਤੂੰ ਛੱਡ ਦੇ ਖੜਾ, ਬਰਾਗੀ ਬਣ ਜਾ। ਜੋ ਗ੍ਰਹਿ ਕਰਹਿ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਜੇ ਤੂੰ ਇਹ ਕੁਛ ਨਹੀਂ ਕਰ ਸਕਦਾ, ਧਰਮ ਅਪਣਾ ਨਹੀਂ ਸਕਦਾ, ਆਨੰਦ ਕਾਰਜ ਨਹੀਂ ਕਰਵਾ ਸਕਦਾ, ਆਨੰਦ ਦੀ ਜ਼ਿੰਦਗੀ ਨਹੀਂ ਜਿਉ ਸਕਦਾ, ਤਾਂ ਭਾਈ ਤੂੰ ਬਰਾਗੀ ਬਣ ਜਾ, ਨਾਹੀਂ ਤਾਂ ਕਰ ਬੈਰਾਗ। ਹੁਣ ਹੁੰਦਾ ਕੀ ਆ ਅੱਗੇ ਜਾ ਕੇ, ਬੰਦਾ ਮੰਨ ਲਓ ਵੀ ਸਾਡੇ ਸਮਾਜ ਦੇ ਵਿੱਚ ਬਰਾਗੀ ਬਹੁਤ ਨੇ। ਬਰਾਗੀ ਪਤਾ ਕੌਣ ਨੇ? ਸੱਚੀ ਜੀ ਗੱਲ ਇਹ ਆ ਵੀ ਅੱਜ ਸਾਡੇ ਸਮਾਜ ਦੇ ਵਿੱਚ ਨਾ, ਸਮਾਜ ਨੂੰ ਚਲਾਉਣ ਵਾਲੇ ਬਹੁਤੇ ਲੋਕ ਉਹ ਨੇ ਜਿਹੜੇ ਘਰਵਾਰੀ, ਪਰਿਵਾਰਵਾਰੀ, ਸਮਾਜ, ਆਪਣੇ ਗ੍ਰਸਤੀ ਜੀਵਨ ਤੋਂ ਪਾਸੇ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੀ ਮੱਤ ਦੇ ਅਨੁਸਾਰ ਗ੍ਰਸਤੀ ਜੀਵਨ ਧਾਰਨ ਕਰਨਾ ਨਹੀਂ ਆਇਆਗਾ। ਪਾਤਸ਼ਾਹ ਜੀ ਕਹਿੰਦੇ ਉਹ ਸੰਸਾਰ ਨੂੰ, ਸਮਾਜ ਨੂੰ ਕਿਵੇਂ ਚਲਾ ਸਕਦੇ ਨੇ? ਅੱਜ ਤੁਹਾਡੇ ਮੁੱਖ ਮੰਤਰੀ ਉਹ ਆ ਨਾ ਜਿਹੜੇ ਵਿਆਹ ਤੋਂ ਨਫ਼ਰਤ ਕਰਦੇ ਆ, ਮਾਫ ਕਰਨਾ, ਸਾਡੀਆਂ ਧੀਆਂ ਭੈਣਾਂ ਬੱਚੀਆਂ ਤੋਂ ਦੁਨਿਆਵੀ ਤਲ ਤੇ ਨਫ਼ਰਤ 12 ਮਹੀਨਿਆਂ 'ਚ 1 ਮਹੀਨੇ ਹੀ ਉਹ ਵਰਾ ਕਰਦੇ ਨੇ, 11 ਮਹੀਨੇ ਗੰਦੇ ਕੰਮ, ਠਾਕੁਰਾਂ ਵਾਲੀ ਜ਼ਿੰਦਗੀ, ਐਸ ਪ੍ਰਸਤੀ, ਗਲਤ ਕੰਮ ਕਰਦੇ ਨੇ। ਪਰ ਸਿਆਣਿਆਂ ਦੀ ਕਹਾਵਤ ਆ ਨਾ, ਬਿੱਲੀ ਦੇ ਗਲ 'ਚ ਤੱਲੀ ਕੌਣ ਪਾਵੇ, ਪੈ ਜਾਂਦੀ ਹੈ ਉਹ ਵਾਹਿਗੁਰੂ ਪਾ ਦਿੰਦਾ, ਪਰ ਇੱਕ ਦਿਨ ਆਉਂਦਾ ਗਾ, ਟਾਈਮ ਲੱਗਦਾ ਗਾ। ਹੁਣ ਕਹਿਣ ਤੋਂ ਭਾਵ ਕੀ, ਸਾਡੇ ਸਮਾਜ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਛੱਡੇ ਹੋਏ ਨੇ, ਉਹ ਮੰਤਰੀ, ਕੈਬਨਿਟ ਮੰਤਰੀ, ਪ੍ਰਧਾਨ ਮੰਤਰੀ ਬਣੇ ਹੋਏ ਨੇ। ਬਾਬਾ ਨਾਨਕ ਕਹਿੰਦਾ ਤੂੰ ਤਾਂ ਸਮਾਜ ਦੀ, ਆਪਣੇ ਪਰਿਵਾਰ ਦੀ ਪਾਲਣਾ ਕਰ ਸਕਦਾ ਜੇ ਤੈਨੂੰ ਆਪਣੇ ਬੱਚਿਆਂ ਬਾਰੇ, ਆਪਣੇ ਨਿਆਣਿਆਂ ਬਾਰੇ, ਆਪਣੇ ਪਰਿਵਾਰ ਬਾਰੇ ਪਾਲਣ ਦੀ ਜੁਗਤ ਹੈ, ਫਰਜ਼ ਨਿਭਾਉਣ ਦੀ ਤੇਰੇ ਕੋਲੇ ਤਰੀਕਾ, ਜੁਗਤੀ ਆ, ਤਾਂ ਤੂੰ ਇਹ ਕੰਮ ਕਰ ਸਕਦਾ, ਨਾਹੀਂ ਤਾਂ ਕਰ ਬੈਰਾਗ। ਨਹੀਂ ਤੂੰ ਸਮਾਜ ਛੱਡ ਦੇ, ਵਾਹਿਗੁਰੂ ਭਲਾ ਕਰੇ, ਸਮਾਜ ਨਹੀਂ ਆਪਣਾ ਪਰਿਵਾਰ ਛੱਡ ਦੇ ਤੂੰ। ਫਿਰ ਅੱਗੇ ਜਾ ਕੇ ਕੀ ਹੁੰਦਾ? ਕਹਿੰਦੇ ਚਲੋ ਬੰਦੇ ਨੇ ਮੰਨ ਲਿਆ ਵੀ ਆਪਾਂ ਪਰਿਵਾਰ ਛੱਡਤੇ, ਸਾਡਾ ਵਾਹ ਵਾਸਤਾ ਨਾ ਕਿਸੇ ਨਿਕੰਮੇ ਬਾਬੇ ਨਾਲ ਪੈ ਗਿਆ, ਜਿਹੜਾ ਬਾਬਾ ਇਸ ਰੀਤ ਤੋਂ ਸਾਨੂੰ ਤੋੜਦਾ ਗਾ, ਉਹਦੇ ਨਾਲ ਪੈ ਗਿਆ ਨਾ। ਅਸੀਂ ਮੰਨ ਲਿਆ ਵੀ ਬਾਬਾ ਬੜਾ ਤਕੜਾ ਜੀ, ਆਏ ਆ ਬਹੁਤ, ਜੋ ਹੈ ਆਪਾਂ ਸਾਰਾ ਜਾਣਦੇ ਆਂਗੇ। ਹੁਣ ਹੁੰਦਾ ਕੀ ਆ? ਗੁਰੂ ਸਾਹਿਬ ਕਹਿੰਦੇ ਤੂੰ ਬਰਾਗੀ ਤਾਂ ਬਣ ਗਿਆ, ਬਰਾਗੀ ਬਣਨ ਤੋਂ ਬਾਅਦ ਕੀ ਹੋ ਗਿਆ?
ਬਰਾਗੀ ਬੰਧਨ ਕਰਹਿ ਤਾਂ ਕੋ ਵੱਡੋ ਅਭਾਗ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣੇ 2 ਬੱਚੇ ਛੱਡਤੇ, ਆਪਣੀ ਪਤਨੀ ਛੱਡਤੀ, ਆਪਣਾ ਪਰਿਵਾਰ ਛੱਡ ਦਿੱਤਾ। ਕਹਿੰਦਾ ਨਹੀਂ, ਮੈਂ ਇਸ ਗ੍ਰਸਤੀ ਪਰਿਵਾਰ ਦੇ ਵਿੱਚੋਂ ਪਾਸੇ ਹੋਣਾ ਚਾਹੁੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬਰਾਗੀ ਬਣ ਗਿਆ, ਕਹੇ ਅਨੁਸਾਰ ਕਹਿ ਵੀ ਦਿੱਤਾ ਹੀ ਬਣ ਜਾ, ਕੋਈ ਸ਼ੱਕ ਨਹੀਂਗਾ। ਪਰ ਅੱਗੇ ਜਾ ਕੇ ਕਹਿੰਦੇ ਬਰਾਗੀ ਬਣ ਤੋਂ ਬਾਅਦ ਆਪਣੇ 2 ਨਿਆਣੇ ਛੱਡੇ ਆ ਤੇ ਦੁਨੀਆ ਦੇ ਕਿੰਨੇ ਨਿਆਣਿਆਂ ਤੇ ਅੱਖ ਰੱਖੀ ਬੈਠਾਗਾ। ਸੋਚ ਕੇ ਦੇਖੋ, ਬੈਰਾਗੀ ਬੰਧਨ ਕਰੇ, ਉਹਦੇ ਪੈਰਾਂ ਨੂੰ ਤਾਂ ਬੇੜੀਆਂ ਪੈ ਗਈਆਂ, ਮੇਰੇ ਡੇਰੇ ਨੂੰ ਮੇਰੇ ਮਰਨ ਤੋਂ ਬਾਅਦ ਕੌਣ ਸੰਭਾਲੂਗਾ। ਫਿਰ ਉੱਥੇ ਚੇਲਿਆਂ ਦੀ ਲੈਣ ਕਿਹਦੀ ਵੱਡੀ ਆ? ਇੱਕ ਬਾਬਾ ਕਹਿੰਦਾ ਮੇਰੇ ਮਗਰ ਦੁਨੀਆ ਬਾਹਲੀ ਆ, ਦੂਜਾ ਕਹਿੰਦਾ ਨਹੀਂ ਮੇਰੇ ਮਗਰ ਵਾਲੀ ਦੁਨੀਆ ਗਈ, ਤੀਜਾ ਕਹਿੰਦਾ ਨਹੀਂ ਮੇਰੇ ਚੇਲੇ ਵਾਲੇ ਨੇ, ਚੌਥਾ ਕਹਿੰਦਾ ਮੇਰੇ ਚੇਲੇ। ਹੁਣ ਲੜਾਈ ਕਿਸ ਗੱਲ ਤੇ ਚੱਲ ਪਈ? ਚੇਲੇ ਵਧਾਉਣ 'ਚ। ਚੇਲੇ ਵਧਾਉਣ ਤੋਂ ਭਾਵ ਆਪਣੇ ਬੱਚੇ ਪੈਦਾ ਕਰਨੇ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਮਲਿਆ, ਤੂੰ ਆਪਣਾ ਘਰ ਛੱਡ ਕੇ ਆਇਆ, ਉਹਨਾਂ ਬੰਧਨਾਂ ਦੇ ਵਿੱਚ ਹੀ ਤੂੰ ਫਿਰ ਪੈ ਗਿਆ। ਆਪਣੀ ਜ਼ਮੀਨ ਛੱਡ ਕੇ ਆਏ ਆ, ਤੂੰ ਡੇਰੇ ਦੀ ਜ਼ਮੀਨ ਵਧਾਉਣ ਲੱਗ ਗਿਆ। ਬਹੁਤਾ ਜ਼ੋਰ ਲੱਗਿਆ ਪਿਆ ਨਾ, ਡੇਰੇ ਦੀ ਜ਼ਮੀਨ ਕਿੰਨੀ ਕੁ ਵਧਾਈਏ। ਚਲੋ ਉਲਟਾ ਕੇ ਪਾਸਾ ਮੰਦਰ ਦੀ, ਮਸਜਿਦ ਦੀ ਕਿੰਨੀ ਜ਼ਮੀਨ ਵਧਾਈ, ਗੁਰਦੁਆਰੇ ਦੀ ਕਿੰਨੀ ਜ਼ਮੀਨ। ਕਿੱਥੋਂ ਤੱਕ ਬੰਦੇ ਨੂੰ ਗੁਰਬਾਣੀ ਸਮਝਾਉਂਦੀ ਆ। ਭਾਵ ਤੂੰ ਆਪਣੇ ਘਰ ਵਿੱਚੋਂ ਤਿਆਗੀ ਬਣ ਗਿਆ ਤੇ ਦੂਜੇ ਪਾਸੇ ਜਾ ਕੇ ਕੀ ਕੁਛ ਕਰੀ ਨਾ। ਬਰਾਗੀ ਬੰਧਨ ਕਰਹਿ ਤਾਂ ਕੋ ਵੱਡੋ ਅਭਾਗ। ਅਭਾਗ ਤੋਂ ਭਾਵ ਨਭਾਗਾ, ਨਕੰਮਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਵਰਗਾ ਨਕੰਮਾ ਹੋਰ ਕੌਣ ਹੋ ਸਕਦਾ? ਤੇਰੇ ਵਰਗਾ ਨਕੰਮਾ ਕੋਈ ਨਹੀਂ ਹੋ ਸਕਦਾ। ਫਿਰ ਵਾਹਿਗੁਰੂ ਭਲਾ ਕਰੀ, ਇੱਥੋਂ ਤੱਕ ਸਾਨੂੰ ਸਮਝਾਇਆ। ਪਾਤਸ਼ਾਹ ਜੀ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ, ਕਦੇ ਹੀਜੜਾ ਬ੍ਰਹਮ ਗਿਆਨੀ ਬਣਿਆ ਨਹੀਂ ਵੇਖਿਆ ਹੋਵੇਗਾ। ਜੇ ਪਰਿਵਾਰ ਛੱਡ ਕੇ ਨਾ ਉਹ ਬਾਬੇ ਦੇ ਕਹਿਣ ਮੁਤਾਬਕ ਰੱਬ ਮਿਲਦਾ ਹੋਵੇ, ਰੱਬ ਨੂੰ ਪਾਉਣ ਵਾਲਾ ਤਾਂ ਭਾਈ ਦੁਨੀਆ ਦੇ ਵਿੱਚ ਉਲਝ ਕੇ ਰਹਿ ਗਿਆ, ਦੁਨੀਆ ਦੇ ਵਿੱਚ ਉਹ ਗਵਾਚ ਗਿਆ, ਦੁਨੀਆ ਵਿੱਚੋਂ ਖੁੱਭ ਗਿਆ, ਵਿੱਚ ਗਰਕ ਗਿਆ। ਹੁਣ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਜੀਵਨ ਆ ਜਿਹੜਾ ਨਾ, ਉਹ ਗ੍ਰਸਤੀ ਜੀਵਨ, ਘਰਵਾਰੀ ਜੀਵਨ, ਪਰਿਵਾਰ ਪਾਲਣ ਵਾਲੇ ਜੀਵਨ ਨੂੰ ਵਾਹਿਗੁਰੂ ਨੇ, ਮੇਰੇ ਮਾਲਕ ਨੇ ਮਾਨਤਾ ਦਿੱਤੀ ਆ। ਪਰ ਅਸੀਂ ਇਸ ਗੱਲ ਨੂੰ ਸਮਝਣਾਗਾ। ਉਹ ਸਮਝਣਾ ਕਦੋਂ ਆ? ਉਹ ਜਿਹੜਾ ਪਾਠ ਦੀ ਵਿਚਾਰ ਕੱਲ੍ਹ ਨੂੰ ਚੱਲੇਗੀ ਨਾ, ਲਾਵਾਂ ਦਾ ਪਾਠ, ਉਹਦੇ ਵਿੱਚ ਵਾਹਿਗੁਰੂ ਸਮਝਾਵੇਗਾ ਵੀ ਕਿਵੇਂ ਕਿਵੇਂ ਸਮਝਣਾ। ਆਪਣੀ ਵਿਚਾਰ ਸੀ ਸਾਡਾ ਜੀਵਨ, ਗ੍ਰਸਤੀ ਜੀਵਨ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਣਾਇਆਗਾ। ਪਰ ਜਿਹੜੀ ਆਨੰਦ ਦੀ ਕਿਰਿਆ ਨਾ, ਆਨੰਦ ਦੀ ਰਸਮ ਹੈ, ਉਹ ਅੱਜ ਵਿਗੜ ਗਈ ਤੇ ਉਹ ਵਿਗੜੀ ਹੋਈ ਰਸਮ ਨੂੰ ਅਸੀਂ ਕਿਵੇਂ ਸਵਾਰ ਸਕਦੇ ਹਾਂ? ਹੁਣ ਪਾਤਸ਼ਾਹ ਜੀ ਕਹਿੰਦੇ ਏਕ ਜੋਤ ਦੋਏ ਮੂਰਤੀ, ਸਰੀਰ ਭਾਵੇਂ 2 ਨੇ, ਮੂਰਤੀਆਂ ਭਾਵੇਂ 2 ਨੇ, ਜੋਤ ਇੱਕ ਹੋਣੀ ਚਾਹੀਦੀ ਆ। ਸਾਡੀ ਜੀਵ ਆਤਮਾ ਦਾ ਸੰਬੰਧ ਪਰਮਾਤਮਾ ਨਾਲ ਹੋਣਾ ਚਾਹੀਦਾਗਾ। ਉਹ ਆਨੰਦ ਕਾਰਜ ਵੇਲੇ ਪੜ੍ਹਿਆ ਜਾਣ ਵਾਲਾ ਪਾਠ ਇਕੱਲੇ ਬੱਚੇ ਬੱਚੀ ਲਈ ਨਹੀਂ ਹੈ, ਉਹ ਤਾਂ ਭਾਈ ਸਾਰੀ ਸੰਗਤ ਲਈ ਹੈ ਜਿੰਨੇ ਮੌਕੇ ਤੇ ਬੈਠੇ ਨੇ। ਪਰ ਅੱਜ ਸਾਨੂੰ ਗੁਰੂ ਕੋਲੇ ਆਉਣਾ ਇਹ ਬਹੁਤ ਵੱਡਾ ਬੋਝ ਬਣ ਗਿਆ। ਨਹੀਂ ਜੀ ਉੱਥੇ 5-7 ਬੰਦਿਆਂ ਦੇ ਕੰਮ ਆ, ਧੱਕੇ ਦੇ ਨਾਲ ਹੀ 2-4 ਵੱਧ ਚੜਾਉਣੇ ਪੈਂਦੇ ਨੇ, ਧੱਕੇ ਨਾਲ। ਦੇਖ ਲਓ ਕਿੱਥੇ ਤੱਕ ਆਫਤ ਬਣ ਗਈ। ਨੱਚਣ, ਉਹ ਆਪਾਂ ਪਹਿਲਾਂ ਗੱਲ ਕਰ ਲਈ, ਨੱਚਣ ਗਾਉਣ ਖਾਣ ਪੀਣ ਉਹ ਸਾਰੀ ਉਮਰ ਚੱਲੀ ਜਾਣਾਗਾ। ਦੇਖ ਲਓ ਫਿਰ। ਚਲੋ ਇੱਥੋਂ ਤੱਕ ਆਨੰਦ ਕਾਰਜ ਦੀ ਜੀਵਨ ਯਾਤਰਾ ਦੇ ਵਿੱਚ ਤੂੰ ਆਨੰਦਮਈ ਜੀਵਨ ਬਣਾ ਸਕਦਾ ਜੇ ਸਾਡੇ ਜੀਵਨ 'ਚ ਲੋਭ ਨਾ ਹੋਵੇ। ਤੇ ਜੇ ਸਾਡੇ ਜੀਵਨ ਵਿੱਚ ਲੋਭ ਆ ਨਾ, ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਕਦੇ ਵੀ ਇਸ ਆਨੰਦ ਦੇ ਵਿੱਚੋਂ, ਆਨੰਦ ਕਾਰਜ ਵਿੱਚੋਂ ਆਨੰਦ ਨਹੀਂ ਲੱਭ ਸਕੇਗਾ ਕਦੇ ਵੀ। ਹੁਣ ਜਿੰਨਾ ਕੰਮ ਹੁੰਦਾ ਨਾ ਸਾਰਾ ਲੋਭ ਦੇ ਸਿਰ ਤੇ ਹੀ ਆ ਨਾ। ਗੁਰੂ ਸਾਹਿਬ ਜੀ ਕੀ ਕਹਿੰਦੇ ਨੇ? ਲੋਭ ਦੇ ਵਿੱਚ ਫਸਿਆ ਹੋਇਆ ਬੰਦਾ ਦਾਜ ਦਹੇਜ ਆਦਿਕ ਦੀਆਂ ਗੱਲਾਂ ਕਰਦਾ ਹੈਗਾ। ਇੱਕ ਤਾਂ ਹੁੰਦਾ ਘਰ ਬੰਨਣ ਦੀ ਗੱਲ ਤੇ ਇੱਕ ਹੁੰਦਾ ਲੋਭ ਤੇ ਲਾਲਚ। ਉੱਥੇ ਜਿਹੜੀਆਂ ਰੀਤੀਆਂ ਨੇ ਉਹ ਅੱਜ ਕਿੰਨੀਆਂ ਭੈੜੀਆਂ ਭੈੜੀਆਂ ਬਣ ਚੁੱਕੀਆਂ, ਜਿਸ ਰੀਤੀ ਨੂੰ ਆਪਾਂ ਸੌਦਾ ਕਰਨਾ ਕਹਿ ਸਕਦੇ ਆ, ਸੌਦੇਬਾਜ਼ੀ। ਲੜਕੇ ਵਿਕਦੇ ਨੇ, ਲੜਕੀਆਂ ਵਿਕਦੀਆਂ ਨੇ। ਵਿਕਦੇ ਆ ਨਾ, ਲੜਕੇ ਵਿਕਦੇ ਨੇ, ਲੜਕੀਆਂ ਵਿਕਦੀਆਂ ਨੇ। ਕਦੇ ਸਮਾਂ ਸੀ ਕੋਈ ਗਰੀਬ ਪਰਿਵਾਰ ਨਾ ਆਪਣੀ ਧੀ ਵੇਚ ਦਿੰਦਾ ਸੀ। ਪਿੱਛੇ ਚੱਲ ਕੇ ਵੇਖੀਏ ਤਾਂ ਲੋਕ ਉੱਥੇ ਬੜੀਆਂ ਗੱਲਾਂ ਬਣਾਉਂਦੇ ਸੀ। ਪਰ ਅੱਜ ਹਰ ਇੱਕ ਦਾ ਲੜਕਾ ਵਿਕਾਊ ਆ। ਬਿਰਲਿਆਂ ਨੂੰ ਛੱਡ ਦੋ, ਜਿਨ੍ਹਾਂ ਦੇ ਕੋਲੇ ਗੁਰੂ ਦੀ ਮੱਤ ਆ ਨਾ ਉਹਨਾਂ ਨੂੰ ਛੱਡ ਦੋ, ਨਹੀਂ ਦਾਅ ਤੇ ਲੱਗਿਆ ਹੋਇਆ, ਚੁਆਇਸ ਤੇ, ਨੁਮਾਇਸ਼ ਤੇ ਲੱਗਿਆ ਹੋਇਆਗਾ। ਜਿਵੇਂ ਆਪਾਂ ਕੋਈ ਵਹੀਕਲ ਕਿਸੇ ਤਰ੍ਹਾਂ ਦੀ ਹੋਰ ਮੱਝ ਗਾਂ ਬੱਕਰੀ ਲਾਉਣੇ ਆ, ਇਸ ਤਰ੍ਹਾਂ ਦਾ ਸਾਡਾ ਸਿਸਟਮ ਅੱਜ ਬਣ ਚੁੱਕਿਆ ਹੈਗਾ। ਦੇਖ ਲਓ ਜੇ ਨਹੀਂ ਹੈਗਾ ਤਾਂ ਇੱਥੋਂ ਸਿੱਧ ਕੀ ਹੁੰਦਾ ਵੀ ਸਾਡੇ ਜੀਵਨ 'ਚ ਲੋਭ ਆ ਨਾ, ਤੇ ਉਹ ਲੋਭ ਨੇ ਕੀ ਕਰ ਦਿੱਤਾ? ਸਾਡੀ ਆਨੰਦ ਦੀ ਕਿਰਿਆ ਨੂੰ ਵਿਗਾੜ ਕਿਰਿਆ ਬਣਾ ਦਿੱਤਾ, ਆਨੰਦ ਕਾਰਜ ਨੂੰ ਵਿਗਾੜ ਕਾਰਜ ਬਣਾ ਦਿੱਤਾ।
चलो कदे मतलब कि साडे समाज दे विच ये रीत सी भी जदों ये रस्म हुंदी सी ना, लाड़ी नूं लाड़े वाला परिवार विआउण जांदा सी, उदों हथियारां दी लोड़ पैंदी सी। वो हौली हौली हथियारां दी लोड़ घट गई। वो कल्ली बनौटी किरपान साडे नौजवान ऐ गब्भरू कोले रह गई। किरपान देख लो किन्नी तकड़ी हुंदी है वो। फिर अच्छा गब्भरू नूं जिहड़ी किरपान फड़ाई है ना, वो आके बेचारा पैरां 'च ही रख लैंदा। उहनूं अहमियत दा भी नहीं पता भी जिहड़ा मेरे हत्थ विच शस्त्र पकड़िया इहदी अहमियत किन्नी को आ। चलो वाहिगुरू भला करे। जिहड़ी गल दे विचों आपां गल अगे लेके आउणी आ, भाव की आ, वो शस्त्र क्यों चक्के जांदे सन? उन्हां दा कारण सी, कोई वजह सी। रस्ते विच साडी इस वरात नूं, साडे इस परिवार नूं लुट्टिया जा सकदा है, ते लुੱਟ हुंदी भी सी। क्योंकि विआह ना, लड़की वालिਆਂ ਦੇ परिवार कोले भी 4 पैसे ने, लड़के वालिਆਂ ਦੇ परिवार कोले भी ने, ਜਾਂ होर कोई नाल भैन भाई गया उन्हां कोले भी ने। लुੱਟਾਂ ਖੋਹਾਂ हो ਜਾਂਦੀਆਂ सन। हुण सोच के देखो अज ਉਹ लुੱਟ ਬੰਦ ਆ कि हैगी आ भी अज आप रस्ते किते लुटे जाने कि ना? अज तक सुनी है किसी की बरात रस्ते च लुटी गई? माड़ी गौर करके देखो। अपना जवाब सारिਆਂ ਦਾ कहो भी नहीं। अज कित्थे लुटी जाती है बरात? किते नहीं देखी आपां। भावें कोई 5 बंदे जाण ते भावें 10 जाण ते भावें 100 बंदा ते भावें 500 बंदा जावे, अज तक साडे हुण दे मौके दे हालातां मुताबक कदे लुट होई नहीं। साडा दिमाग साडा मन ही कहेगा। पर जदों गुरु नूं पुछांगे, गुरु साहब हस पे, मुस्करा पे। मेरा मालक कहंदा, कमलिया कहंदा तू गल करदा, कहंदा भी धाड़वियां ने तेरी इस रस्म दे विच लुੱਟ नहीं कीती। साडा मन कहंदा ना, गुरु साहब कहंदे लुੱਟ बगाना नहीं करके गया, लुੱਟ हुण आपदी कर गया। कुछ तां सगन ते लुੱਟ के ले गया आपां कुड़ी वालिਆਂ दा घर, ते कुछ रहिंदी कसर 500-700 बंदा लिया के ना उदों लुੱਟ के ले गए। उदों तां बगाने रस्ते च लुੱਟਣ आउंदे सी, हुण आपदी लुੱਟੀ जांदे ने। कुछ सौदा कराउण वाले भी लुੱਟ के ले गए। सौदा कराउण वाले जिन्हां दा बिजनेस बनिया वो भी लुੱਟ के ले गए। उन्होंने मंग रख ली भी इन्ने लेके जावांगे, नहीं इस तां हुणी मुकर मुकराइए करा दांगे। देख लो कहण तो भाव अज भी किन्नी लुੱਟ आ। फिर कुड़माचारी दी मिलनी च किन्नी लुੱਟ आ। कित्थों तक लुੱਟ आ। इउं महसूस हुंदा भी जिहड़ियां टोकरियां फलां दियां, फ्रूटां दियां, मिठाई दियां भर के आउंदियां ना, वो सारा लुੱਟ कसुੱਟ दा सिस्टम आ। ते जे गुरु नूं पुछ के करिए ना, गुरु तां बहुत सौखे तरीके दे नाल ये आनंद कारज दी रस्म दसदा गा। बड़े सौखे दे नाल, आसान तरीके दे नाल। देखो अपनी विचार आरंभ कितों सी आनंद कारज की रस्म, अज बगाड़ कारज बन गया। इन्ना कुछ होने तो बाद, भाव आनंद कारज होने तो बाद की कुछ होंदा, मौतां भी होंदियां, फाहे भी लै जांदे ने, स्प्रेहां पीतियां जांदियां ने, ते उदों बाद तलाक भी हो जांदे ने। सारा कुछ क्यों है? ये सोचण वाली गल आ। ये सानूं लुੱਟ दे सिस्टम चों पाई निकलना पवेगा। सिख ना ही तां लोभी आ ते ना ही लोभ की गल करे। सिख बिना जात पात गोत तो जोग वर देख के और रहत मर्यादा विच लिखिया अपनी लड़की जां लड़के दा रिश्ता कर दिंदा। कुछ भी है, चाहे लड़का चाहे लड़की आ, बिना लोभ लालच तो। सिख दी रीत आ। ते जिहड़ा सिख नहीं है वो भाई मूँह टड़दा गा। फिर सोच के देखो साडा जीवन आ जिहड़ा किधरों किधर नूं वग गया। कदे सोच के देखो धन गुरु हरगोबिंद साहिब महाराज जी की बच्ची का जो आनंद कारज होया, आपां बैठे कित्थे हैगे? गुरु गोबिंद हरगोबिंद साहिब महाराज जी के दरबार विच। उन्हां दे चरण सौ स्थान ते बैठे ना, ते उन्हां दी धी दा जिहड़ा भाव आनंद कारज आ ना, वो सब तो उस टाइम ते संगत विच सब तो जिहड़ा गरीब व्यक्ति है ना, ਉਹਦੇ ਨਾਲ ਹੁੰਦਾ ਗਾ। ਸਭ ਤੋਂ ਗਰੀਬ ਵਿਅਕਤੀ ਦੇ ਪੁੱਤ ਨਾ ਹੁੰਦਾ। ਦੇਖਿਆ ਕੀ ਆ ਉਹਦੇ ਵਿੱਚ ਗੁਣ। जे पर रिश्ते की गल करनी है ना, फिर आपां गुरु अमरदास महाराज जी के घर विचों वेख सकते। वेख्या की है? गुण वेखे ने। अज गुण वेखे जाते नहीं, अज चम ते दम वेख्या जाता। सो गुरु कृपा करे जो साडी रहत मर्यादा गी उहदे विच बकायदा सारा कुछ लिखिया होया गा। किवें तू भाई लुੱਟ खसुੱਟ तो बचना गा, किवें छोटे तो छोटा भाव तैं प्रोग्राम करना, किवें तू अपने आप नूं गुरु पातशाह नाल जुड़ के बंधना तो मुक्त करना।
कबीर जो गृह करे ता धर्म कर, नाही ता कर वैराग। वैरागी बंधन करे ताको बड्डो अभाग। जे तू बैरागी हो के साध बन के चेलियां विच उलझ गया, साध बन के डेरे दी जमीन च उलझ गया, साध बन के तू समाजिक रीतां विच उलझ गया, तां तेरे जीवन विच उदों भी वड्डा बंधन पै गया। घर विच लड़ाई छोटी आ ते बाबियां दे डेरियां विच लड़ाइयां वध ने। घर विच किन्नी कि लड़ाई अज तां बहुत घट गई ना। घर विच लड़ाई नहीं है। उन्हां लोकां ने घर बार क्यों छड्डे? कहंदे लड़ाई आ। इत्थे कहंदे हालात बुरे नेगे, पर जिथे जाके रहना उत्थे उदों भी बुरे बन गए। जमीनां पिछे लड़ाइयां, प्लाटां पिछे लड़ाइयां, गोलकां पिछे लड़ाइयां, सोने चांदी पिछे लड़ाइयां, भाव दुनिया दे विच की कुछ होण लग गया। ये सारा कुछ पातशाह जी कहंदे रब नालों टुटे होए दा। अपना विशा सी आनंद दी रस्म नूं आनंद समझ गए ते आनंद वाली जीवन यात्रा गुरु तो पुछ गए तां असीं आनंदमय जीवन जिउ सकदे हां। सो अज आपां आनंद कारजां दी रस्म दे संबंध विच थोड़ियां जिहियां विचारां कीतीआं ने, संखेप जिहियां। कल नूं लावां दा पाठ जिहड़ा वो शुरू होवेगा। वो लावां दे पाठ नूं पूरे ध्यान दे नाल आपां सुणना गा, समझना भी आ गुरु साहब उहदे विच किहनूं उपदेश दिंदे ने ते की कह रहे नेगे। सो सारी संगत दा धन्नवाद। अज दी विचार इत्थे समाप्त आ। बोलदिआं तो बड़ियां भुल्लां रह जांदिआं ने। संगत ते गुरु साहब बख्शण जोग ने। सब दा धन्नवाद। वाहिगुरू जी का खालसा।